ਸੱਚਮੁੱਚ ਪ੍ਰਭੂ ਯਿਸੂ ਮਸੀਹ ਨੂੰ ਇਹੋ ਜਿਹੇ ਜਿਹੜੇ ਕੀ ਕਹਾਂ ਮੈਂ ਜਨੂਨ ਵਾਲੇ ਜੋਸ਼ ਵਾਲੇ ਗਵਾਹਾਂ ਦੀ ਲੋੜ ਹੈ ਪ੍ਰਭੂ ਯਿਸੂ ਮਸੀਹ ਨੂੰ, ਜੋ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦੇ ਸਕੇ। ਕਿਉਂਕਿ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਇਸਤੇਮਾਲ ਕਰਾਂਗਾ। ਸੱਚਮੁੱਚ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ। ਇਹ ਬੇਟੀ ਸ਼ਕੀਨਾ ਹੈ, ਸੋ ਇਹ ਅਮਨ ਗਿੱਲ ਖੰਨੇ ਤੋਂ ਹਨ, ਸੋ ਇਹ ਭੂਦਨ ਤੋਂ, ਔਰ ਪਰਮੇਸ਼ਰ ਨੇ ਇਹਨਾਂ ਨੂੰ ਜੋੜਿਆ ਹੈ, ਪਰਮੇਸ਼ਰ ਨੇ ਇੱਕ ਕੀਤਾ ਹੈ। ਸੋ ਸੱਚਮੁੱਚ ਸਾਨੂੰ ਬੜੀ ਖੁਸ਼ੀ ਹੈ ਪਰਮੇਸ਼ਰ ਦੇ ਲਈ ਕਿ ਇਹਨਾਂ ਨੂੰ ਇੱਕ ਪ੍ਰਭੂ ਯਿਸੂ ਮਸੀਹ ਨੇ ਆਪਣੇ ਸੱਚੇ ਗਵਾਹ ਬਣਾਇਆ ਹੈ, ਔਰ ਗਵਾਹੀ ਜਿਹੜੀ ਹੈ ਇਹ ਬੜੀ ਜ਼ਿੰਦਗੀਆਂ ਨੂੰ ਬਦਲ ਦਿੰਦੀ ਹੈ। ਸੋ ਮੈਂ ਚਾਹਾਂਗਾ ਇਸ ਤੋਂ ਪਹਿਲਾਂ ਕਿ ਮੈਂ 10 ਮਿੰਟ ਲਵਾਂ, ਮੈਂ ਚਾਹਾਂਗਾ ਕੁਝ ਸਕੀਨਾ ਕੁਝ ਬੋਲਣਾ ਚਾਹੁੰਦੇ ਹੈ, ਸੋ ਤੁਸੀਂ ਸਮਾਂ ਬੋਲ ਸਕਦੇ ਹੈ। ਮੈਂ ਗਵਾਹੀ ਦੇਣੀ ਆ, ਮੈਨੂੰ ਚਾਹਤੇ ਹਾਂ ਸਾਰਿਆਂ ਨੂੰ ਜਾਣ ਸੀ। ਠੀਕ ਹੈ, ਮੈਂ ਤਾਂ ਚਾਹੁੰਦੀ ਮੈਨੂੰ ਖੁੱਲਾ ਸਮਾਂ ਮਿਲਿਆ। ਪਾਸਟਰ ਜੀ ਨੇ 15 ਮਿੰਟ ਦਿੱਤੇ ਨੇ, 15 ਮਿੰਟ 'ਚ ਮੈਂ ਕੀ ਬੋਲੂ, ਚਲੋ ਬੋਲ ਦਿੰਦੀ ਹਾਂ। ਸਾਰਿਆਂ ਨੂੰ ਪਹਿਲੇ ਨੰਬਰ ਤੇ ਜੈਨ ਸੀ ਕਿ ਮੇਰੀ ਲਾਈਫ 'ਚ ਮੈਂ ਚਾਹੁੰਦੀ ਕਿ ਮੈਂ ਮਤਲਬ ਕਿ ਸਮਾਜ ਕੀ ਗਵਾਹੀ ਦੇਵਾਂ। ਪਰਮੇਸ਼ਰ ਜੀ ਵੀ ਅੱਜ ਮੇਰਾ ਪੂਰਾ ਮਨ ਸੀ ਕਿ ਮੈਂ ਪੂਰੀ ਰੀਝ ਨਾਲ ਗਵਾਹੀ ਦੇਣੀ ਆ। ਤੇ ਸਭ ਤੋਂ ਪਹਿਲਾਂ ਮੈਂ ਪਰਮੇਸ਼ਰ ਦਾ ਲੱਖਾਂ ਕਰੋੜਾਂ ਅਰਬਾਂ ਧੰਨਵਾਦ ਕਰਦੀ ਹਾਂ। ਮੇਰਾ ਰਿਸ਼ਤਾ ਕਿੱਦਾਂ ਜੁੜਿਆ। ਸਭ ਤੋਂ ਪਹਿਲਾ ਦਰਸ਼ਨ ਜਦੋਂ ਮੈਨੂੰ ਪਰਮੇਸ਼ਰ ਯਿਸੂ ਦਾ ਹੋਇਆ 2018 ਲਾਸਟ 19 ਦੇ ਵਿੱਚ ਮੈਂ ਪਰਮੇਸ਼ਰ ਨੂੰ ਇਦਾਂ ਬਾਈ ਫੇਸ ਟੂ ਫੇਸ ਦੇਖਿਆ। ਮੈਂ ਚਰਚ ਦੇ ਵਿੱਚ ਆਰਾਧਨਾ ਕਰ ਰਹੀ ਸੀਗੀ, ਪੂਰੀ ਮਤਲਬ ਕਿ ਪੂਰੀ ਲੀਨ ਸੀ ਆਰਾਧਨਾ ਦੇ ਵਿੱਚ। ਮੈਨੂੰ ਇਧਰੋਂ ਵੀ ਲੋਕ ਬੁਲਾ ਰਹੇ ਨੇ, ਇਧਰੋਂ ਵੀ ਲੋਕ ਬੁਲਾ ਰਹੇ ਨੇ। ਮੈਂ ਕਿਹਾ ਮੈਨੂੰ ਪਲੀਜ਼ ਡਿਸਟਰਬ ਨਾ ਕਰੋ, ਕਿਉਂਕਿ ਮੇਰੇ ਕੋਲ ਬਹੁਤ ਸਮਾਂ ਘੱਟ ਆ। ਮੈਂ ਹਸਪੀਟਲ 'ਚੋਂ ਮਸਾਂ ਟਾਈਮ ਕੱਢ ਕੇ ਆਈ ਹਾਂ, ਮੈਨੂੰ ਆਰਾਧਨਾ ਕਰਨ ਦਿਓ, ਹਨਾ। ਤੇ ਮੈਂ ਬੜੀ ਖੁਸ਼ੀ ਨਾਲ ਝੂਮ ਕੇ ਆਰਾਧਨਾ ਕਰ ਰਹੀ ਸੀ। ਏਦਾਂ ਕਰਕੇ ਮੇਰੀਆਂ ਅੱਖਾਂ ਖੁੱਲੀਆਂ, ਪਰਮੇਸ਼ਰ ਆਏ ਮੇਰੇ ਸਾਹਮਣੇ। ਐਵੇਂ ਕਰਕੇ ਮੇਰਾ ਸੱਜਾ ਹੱਥ ਪਕੜ ਰਹੇ ਨੇ, ਪੂਰੀ ਅੱਗ ਲਾਈਟ ਹੀ ਲਾਈਟ ਮੇਰੇ ਸੱਜੇ ਹੱਥ ਵੱਲ ਮਤਲਬ ਕਿ ਹੱਥ ਵਧਾ ਰਹੇ ਨੇ, ਹਨਾ। ਪਰਮੇਸ਼ਰ ਦੇ ਆਲੇ ਦੁਆਲੇ ਅੱਗ ਲਾਈਟ ਹੀ ਲਾਈਟ, ਇੰਨੀ ਕੁ ਲਾਈਟ, ਇੰਨੀ ਕੁ ਅੱਗ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੈਂ ਕਿਹਾ ਪਰਮੇਸ਼ਰ ਮੇਰੇ 'ਚ ਸਮਾਂ ਠਾਈ ਤੇ ਮੈਂ ਗਿਰ ਗਈ। ਉਸ ਤੋਂ ਬਾਅਦ ਸੈਕਿੰਡ ਦਰਸ਼ਨ ਮੈਨੂੰ ਪਰਮੇਸ਼ਰ ਦਾ ਹੋਇਆ 2019 ਦੇ ਵਿੱਚ। ਮੈਂ ਰਾਤ ਨੂੰ ਬੜਾ ਰੋਈ। ਮੈਂ ਬੜੀਆਂ ਚਰਚਾਂ ਦੇ ਵਿੱਚ ਕਾਲ ਕੀਤੀ ਹੈ ਨਾ ਕਿ ਮੇਰੇ ਲਈ ਕੋਈ ਪ੍ਰੇਅਰ ਕਰੋ, ਮੇਰੇ ਲਈ ਕੋਈ ਪ੍ਰੇਅਰ ਕਰੋ। ਮੇਰੇ ਲਈ ਕਿਸੇ ਨੇ ਪ੍ਰੇਅਰ ਨਹੀਂ ਕੀਤੀ। ਉਸ ਤੋਂ ਬਾਅਦ ਹੈ ਨਾ ਜਦੋਂ ਮੈਂ ਰਾਤੀ ਸੋਈ ਨਾ, ਮੈਂ ਕਿਹਾ ਪਰਮੇਸ਼ਰ ਜੀ ਮੈਂ ਤਾਂ ਸੁਣਿਆ ਕਿ ਤੁਸੀਂ ਜਿੰਦਾ ਪਰਮੇਸ਼ਰ ਜੀਵ ਤੋਂ ਮੈਂ ਤੁਹਾਨੂੰ ਦੇਖਿਆ ਵੀ ਆ, ਤੇ ਕੀ ਤੁਸੀਂ ਮੈਨੂੰ ਇੰਨਾ ਕੁ ਪਿਆਰ ਵੀ ਨਹੀਂ ਕੀਤਾ। ਮੈਂ ਬੜੀਆਂ ਚਰਚਾਂ ਦੇ ਵਿੱਚ ਗਈ, ਪਰ ਮੈਨੂੰ ਬਚਨ ਦੀ ਸਮਝ ਨਹੀਂ ਸੀ ਆਉਂਦੀ ਹੈਗੀ। ਪਰ ਮੈਂ ਪਰਮੇਸ਼ਰ ਨੂੰ ਕੀ ਕਰਦੀ ਸੀ, ਬਹੁਤ ਜ਼ਿਆਦਾ ਪ੍ਰੇਮ ਕਰਦੀ ਸੀ। ਮੈਂ ਕਹਿੰਦੀ ਇਸ ਤੋਂ ਵੀ ਵੱਧ ਮੈਂ ਪ੍ਰੇਮ ਹੋਰ ਕਰਾਂ। ਤੇ 19 ਦੇ ਵਿੱਚ ਜਦੋਂ ਮੈਂ ਕਿਹਾ ਪਰਮੇਸ਼ਰ, ਰਾਤ ਨੂੰ ਮੈਂ ਰੋ ਕੇ ਸੌਂ ਗਈ, ਕੀ ਤੁਸੀਂ ਮੈਨੂੰ ਇੰਨਾ ਕੁ ਵੀ ਪਿਆਰ ਨਹੀਂ ਕੀਤਾ। ਮੈਂ ਹੱਥ ਨਾਲ ਬੋਲਦੀ ਪਈ ਸੀ ਕਿ ਪਰਮੇਸ਼ਰ ਤੁਸੀਂ ਮੈਨੂੰ ਇੰਨਾ ਕੁ ਵੀ ਪਿਆਰ ਨਹੀਂ ਕੀਤਾ। ਪਰਮੇਸ਼ਰ ਨੇ ਮੈਨੂੰ ਰਾਤ ਦਾ ਸਮਾਂ ਸੀ 12 12:30 ਵਜੇ ਦਾ, ਉਦੋਂ ਮੈਨੂੰ ਪਰਮੇਸ਼ਰ ਨੇ ਆਵਾਜ਼ ਮਾਰੀ ਤੇ ਉੱਠ ਪ੍ਰਾਰਥਨਾ ਕਰ। ਮੈਂ ਆਲੇ ਦੁਆਲੇ ਸਾਰੇ ਮੰਜਿਆਂ ਦੇ ਆਲੇ ਦੁਆਲੇ ਘੁੰਮੀ। ਮੇਰੀ ਮਦਰ ਸੀ, ਮੇਰੀ ਸਿਸਟਰ ਸੀ। ਮੈਂ ਕਿਹਾ ਵੀ ਤੁਸੀਂ ਮੈਨੂੰ ਕਿਹਾ ਵੀ ਉੱਠ ਪ੍ਰਾਰਥਨਾ ਕਰ। ਵੀ ਮੇਰੀ ਸਿਸਟਰ ਕਹਿੰਦੀ ਕਿੱਥੇ ਰਾਤ ਨੂੰ ਡਿਸਟਰਬ ਕਰਨ ਲੱਗੇ, ਨਾ ਸੌਂਦੀ ਆ ਨਾ ਸੌਣ ਦਿੰਦੀ ਆ, ਯਿਸੂ ਲਾਈ ਰੱਖਦੇ ਆ ਸਾਰੀ ਦਿਹਾੜੀ। ਮੈਂ ਕਿਹਾ ਨਹੀਂ ਯਿਸੂ ਜਿੰਦਾ ਪਰਮੇਸ਼ਵਰ ਆ, ਹੈ ਤੁਹਾਨੂੰ ਕੀ ਪਤਾਗਾ। ਤੇ ਉਸ ਤੋਂ ਬਾਅਦ ਚਲੋ ਇਹ ਗੱਲ ਹੋਈ ਤੇ ਮੈਂ ਪਰਮੇਸ਼ਰ ਦਾ ਕ੍ਰੋਧ ਵੀ ਦੇਖਿਆ, ਪਰ ਪਰਮੇਸ਼ਰ ਦਾ ਕ੍ਰੋਧ ਵੀ ਆਇਆ, ਪਰ ਪਰਮੇਸ਼ਰ ਨੇ ਫਿਰ ਵੀ ਮੈਨੂੰ ਬਚਾਇਆ। ਮੈਨੂੰ ਪੋਇਜ਼ਨ ਦਿੱਤੀ ਗਈ, ਜਿੱਥੇ ਮੈਂ ਪਹਿਲਾਂ ਵਿਆਹੀ ਹੋਈ ਸੀਗੀ ਉਹਨਾਂ ਨੇ ਮੈਨੂੰ ਪੋਇਜ਼ਨ ਦਿੱਤੀ ਦੁੱਧ ਦੇ ਵਿੱਚ ਪਾ ਕੇ, ਮਤਲਬ ਕਿ ਦੁੱਧ ਦਾ ਗਲਾਸ ਐਡਾ ਪਿਆ, ਹਨਾ। ਮੈਂ ਕਿਹਾ ਪਰਮੇਸ਼ਰ ਮੈਨੂੰ ਏਦਾਂ ਕਿਉਂ ਲੱਗਦਾ ਵੀ ਇਹਦੇ ਵਿੱਚ ਪੋਇਜ਼ਨ ਆ, ਵੀ ਮੇਰਾ ਦਿਲ ਕਿਉਂ ਕਹਿੰਦਾ ਵੀ ਇਹਦੇ ਵਿੱਚ ਜ਼ਹਿਰ, ਮਤਲਬ ਕਿ ਪੋਇਜ਼ਨ ਦਾ ਮਤਲਬ ਜ਼ਹਿਰ, ਵੀ ਇਹਦੇ ਵਿੱਚ ਮੈਨੂੰ ਏਦਾਂ ਕਿਉਂ ਲੱਗਦਾ ਵੀ ਜ਼ਹਿਰ ਆ ਗਈ। ਮੈਂ ਕਿਹਾ ਪਰਮੇਸ਼ਰ ਠੀਕ ਹੈ ਮੈਂ ਪੀ ਲੈਂਦੀ ਹਾਂ, ਕੁਛ ਨਹੀਂ ਹੁੰਦਾ, ਤੂੰ ਜਿੰਦਾ ਤਾਂ ਮੈਂ ਜਿੰਦਾ। ਮੈਂ ਉਹਦੇ ਵਿੱਚ 3 ਵਾਰ ਸਲੀਪ ਬਣਾਈ। ਮੈਂ ਉਸ ਟਾਈਮ ਤੋਂ ਹਰੇਕ ਚੀਜ਼ ਦੇ ਉੱਤੇ ਸਲੀਪ ਬਣਾ ਕੇ ਹੀ ਖਾਣੀ ਪੀਣੀ ਆ, ਕਿਉਂਕਿ ਮੈਂ ਉਹਦੇ ਵਿੱਚ 3 ਵਾਰ ਸਲੀਪ ਬਣਾਈ। ਪਰਮੇਸ਼ਰ ਤੁਸੀਂ ਜਿੰਦਾ ਤਾਂ ਜਿਹੜੀ ਇਹ ਪੋਇਜ਼ਨ ਆ, ਤੇ ਤੁਸੀਂ ਜਿੰਦਾ ਤੇ ਮੈਂ ਜਿੰਦਾ, ਤੇ ਨਿਕਲ ਜਾਣੀ ਆ ਜੇ ਪੋਇਜ਼ਨ ਹੋਈ। ਤੇ ਮੈਂ ਏਦਾਂ ਹੀ ਕਹਿੰਦੀ ਉਹ ਦੁੱਧ ਪੀਤਾ ਤੇ ਹਜੇ ਅੰਦਰ ਮੇਰੇ ਦੁੱਧ ਗਿਆ ਹੀ ਆ। ਜਿਹੜੀ ਮੇਰੀ ਮਦਰ ਇਨ ਲਾ ਸੀ, ਮੇਰੀ ਸੱਸ ਸੀ, ਉਹ ਨਾ ਮਤਲਬ ਕਿ ਕਣਕ ਪਾਉਂਦੀ ਖੇਤ ਚਲੀ ਗਈ। ਉਹਨੇ ਸੋਚਿਆ ਕਿ ਇਹਨੇ ਮਰ ਜਾਣਾ, ਕਿਉਂਕਿ ਪੋਇਜ਼ਨ ਮੇਰੇ ਅੰਦਰੋਂ ਨਿਕਲਣੀ ਸਟਾਰਟ ਹੋ ਗਈ। ਮੈਂ ਮੇਰੇ ਫਾਦਰ ਨੂੰ ਕਾਲ ਲਾਈ, ਮੇਰੇ ਫਾਦਰ ਨੇ ਕਿਹਾ ਵੀ ਹਨਾ ਵੀ ਏਦਾਂ ਕਰਕੇ ਮੈਨੂੰ ਇਹਨਾਂ ਨੂੰ ਪੋਇਜ਼ਨ ਦਿੱਤੀ, ਹਨਾ। ਮੇਰੇ ਫਾਦਰ ਕਹਿੰਦੇ ਤੈਨੂੰ ਕੁਛ ਨਹੀਂ ਹੁੰਦਾ, ਉਹੀਓ ਸੱਦੀ ਜਾਣੀ ਹੁੰਦੀ ਹੈ ਤੂੰ, ਤੇ ਕਹਿੰਦੇ ਤੂੰ ਵਹਿਮ ਵੱਧ ਕਰਦੀ ਆ। ਉਹ ਵੀ ਨਾ ਆਏ, ਮੈਨੂੰ ਉਸ ਟਾਈਮ ਕਿਸੇ ਨੇ ਨਹੀਂ ਬਚਾਇਆ, ਸਿਰਫ ਮੈਨੂੰ ਯਿਸੂ ਨੇ ਬਚਾਇਆ, ਹਨਾ। ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ। ਇੱਕ ਸਿਰਫ ਗੁਆਂਢੀ ਸੀ ਸਾਹਮਣੇ, ਮੇਰਾ ਬਹੁਤ ਜ਼ਿਆਦਾ ਕਰਦੇ ਸੀ, ਕਿਉਂਕਿ ਮੇਰੇ ਪੇਸ਼ੈਂਟ ਸੀਗੇ ਹਸਪੀਟਲ ਵਿੱਚ ਆਉਂਦੇ ਸੀ। ਪਹਿਲਾਂ ਮੇਰੇ ਕੋਲ ਮੈਂ ਬਾਕ ਬੋਰਡ ਦੀ ਜੌਬ ਛੱਡੀ, ਹਨਾ। ਉਸ ਤੋਂ ਬਾਅਦ ਮੈਂ ਸਿਵਲ ਦੇ ਵਿੱਚ ਆਈ। ਸਿਵਲ ਦੇ ਵਿੱਚ ਮੈਨੂੰ ਸਰਕਾਰੀ ਜੌਬ ਮਿਲੀ। ਮੈਂ ਹੁਣ ਕੰਟਰੈਕਟ ਤੇ ਮੈਨੂੰ ਸਰਕਾਰੀ ਜੌਬ ਮਿਲੀ। ਮੈਂ ਉਹ ਵੀ ਮਤਲਬ ਕਿ ਨਹੀਂ ਲੈਤੀ। ਮੈਂ ਸੋਚਿਆ ਮੈਂ ਬਾਹਰ ਜਾਣਾ, ਵੀ ਚਲੋ ਛੱਡੋ, ਮੈਂ ਇਗਜ਼ਾਮ ਦਿੰਦੀ ਰਹੀ। ਮੇਰੇ ਪੇਪਰ 'ਚੋਂ ਮਾਰਕਸ ਵਧੀਆ। ਮੈਂ ਨਾ ਇੱਦਾਂ ਮਤਲਬ ਕਿ ਜਦੋਂ ਮੈਂ ਇਗਜ਼ਾਮ ਦੇਣ ਗਈ ਨਾ, ਮੇਰੇ 45 ਨੰਬਰ ਆਏ। ਮੈਂ ਘੰਟਾ ਲੇਟ ਹੋ ਗਈ। ਮੈਨੂੰ ਕਹਿੰਦੇ ਪੇਪਰ 'ਚ ਬੇਟੇ ਪਾਸ ਹੋ ਜਾਏਗੀ। ਮੈਂ ਕਿਹਾ ਕੋਈ ਗੱਲ ਨਹੀਂ, ਤਾਂ ਮੈਂ ਪੇਪਰ ਦੇਣਾ। ਪੁਲਿਸ ਵਾਲੇ ਕਹਿੰਦੇ ਚਲੋ ਕੋਈ ਗੱਲ ਨਹੀਂ, ਵੀ ਇਹ ਪੇਪਰ 'ਚ ਲੇਟ ਹੋ ਗਈ, ਉਹ ਅੱਗੇ ਜਾਣ। ਮੈਂ ਫਟਾਫਟ ਇਸ ਲਈ ਬੋਲ ਰਹੀ ਹਾਂ ਕਿਉਂਕਿ ਪਾਸਟਰ ਦੀਆਂ ਨੇ ਮੇਰੇ ਬਚਨ ਸੁਣਾਉਣਾ, ਮੇਰੇ ਕੋਲ ਸਮਾਂ ਘੱਟ ਹੈ ਨਾ। ਸਾਰਿਆਂ ਨੂੰ ਸਮਝ ਆਉਂਦੀ ਹੈ, ਪਹਿਲਾਂ ਦੱਸੋ। ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਮੈਂ ਪੇਪਰ ਦਿੱਤਾ ਮੇਰੇ 45 ਨੰਬਰ ਆਏ, 2 ਨੰਬਰ ਘੱਟ
ਐਕਸਪੀਰੀਅੰਸ ਲੱਗਦਾ ਸੀ। ਮੈਂ ਮੇਰੇ ਬ੍ਰਦਰ ਨਾਲ ਗੱਲ ਕੀਤੀ, ਕਹਿੰਦਾ ਬਸ ਕੀ ਤੂੰ ਐਕਸਪੀਰੀਅੰਸ ਲਾਏਂਗੀ, ਉੱਧਰ ਜਾਏਂਗੀ, ਬਾਹਰ ਵੱਲ ਧਿਆਨ ਦੇ। ਮੈਨੂੰ ਕਹਿੰਦੇ, ਮੈਂ ਕਿਹਾ ਚੱਲ ਠੀਕ ਹੈ, ਮੈਂ ਆਪਣਾ ਪਾਸਪੋਰਟ ਵੱਲ ਧਿਆਨ ਦੇ, ਤੂੰ ਜੀਐਮ ਕਰ ਚੁੱਕੀ ਹੈ, ਐਨਐਮ ਕਰ ਚੁੱਕੀ ਹੈ, ਡੀਸੀ ਕਰ ਚੁੱਕੀ ਹੈ, 7 ਸਾਲ ਦਾ ਐਕਸਪੀਰੀਅੰਸ ਆ ਸਰਕਾਰੀ ਦਾ, ਬੱਕ ਬੋਰਡ ਦਾ ਵੀ ਹੈਗਾ 1 ਸਾਲ ਦਾ। ਮੈਂ ਕਿਹਾ ਚੱਲ ਠੀਕ ਹੈ ਨਾ, ਮੈਂ ਬਾਹਰ ਦੀ ਤਿਆਰੀ ਕਰਦੀ। ਮੈਂ ਨਾ ਸਿਰਫ ਹੁਣ ਬਾਹਰ ਜਾਣਾ ਸੀ। ਦੇਖੋ ਫਿਰ ਮੈਨੂੰ ਪਰਮੇਸ਼ਰ ਨੇ 2021 ਦੇ ਵਿੱਚ ਦਰਸ਼ਨ ਦਿੱਤਾ। ਮੈਂ 40 ਦਿਨਾਂ ਦੇ ਕੀ ਰੱਖੇ, ਉਪਵਾਸ ਰੱਖੇ, ਹਨਾ। 40 ਦਿਨ ਮੈਂ ਰੋਟੀ ਨਹੀਂ ਖਾਧੀ। ਮੈਨੂੰ ਕਿਸੇ ਦੀ ਕਾਲ ਆਈ, ਸਿਸਟਰ ਜੀ ਮੈਨੂੰ ਪਰਮੇਸ਼ਰ ਦਾ ਦਰਸ਼ਨ ਹੋਇਆ, ਪਰਮੇਸ਼ਰ ਨੇ ਮੇਰੇ ਨਾਲ ਗੱਲਬਾਤ ਕੀਤੀ ਕਿ ਸਕੀਨਾ ਨੂੰ ਕਹੋ ਅੱਗੇ ਵਧੇ। ਮੈਂ ਕਿਹਾ ਅੱਛਾ ਤੁਹਾਡੇ ਨਾਲ ਕਿਉਂ ਗੱਲ ਕੀਤੀ, ਮੇਰੇ ਨਾਲ ਕਿਉਂ ਨਹੀਂ ਪਰਮੇਸ਼ਰ ਨੇ ਗੱਲ ਕੀਤੀ। ਫਿਰ ਉਸ ਤੋਂ ਬਾਅਦ ਮੈਂ 40 ਦਿਨਾਂ ਦੇ ਉਪਵਾਸ ਰੱਖੇ, ਹਨਾ। ਆਪਾਂ ਨੂੰ ਆਨੰਦਿਤ ਹੋਣਾ ਚਾਹੀਦਾ, ਹੱਸਣਾ ਚਾਹੀਦਾ, ਕਿਉਂਕਿ ਮੈਂ ਹਮੇਸ਼ਾ ਹੀ ਹੱਸਦੀ ਰਹਿੰਦੀ ਹਾਂ, ਘਰੇ ਵੀ ਹਰੇਕ ਜਗ੍ਹਾ ਤੇ। ਉਸ ਤੋਂ ਬਾਅਦ ਮੈਂ ਜਦੋਂ 40 ਦਿਨਾਂ ਦੇ ਉਪਵਾਸ ਰੱਖੇ, 25 ਤਰੀਕ ਤੀਸਰਾ ਮਹੀਨਾ 2021 ਦੇ ਵਿੱਚ ਮੈਨੂੰ ਪਰਮੇਸ਼ਰ ਨੇ ਦਰਸ਼ਨ ਦਿੱਤਾ। ਪੂਰੀ ਦੁਨੀਆ 'ਚ ਪ੍ਰਚਾਰ ਕਰ, ਮੈਂ ਜਾਣਦੀ ਸੀ, 1.5 ਘੰਟੇ ਦੀ ਪ੍ਰਾਰਥਨਾ ਕੀਤੀ, ਐਦਾਂ ਮੇਰੀਆਂ ਅੱਖਾਂ ਬੰਦ ਨੇ ਤੇ ਮੈਨੂੰ ਪਰਮੇਸ਼ਰ ਨੇ ਦਰਸ਼ਨ ਦਿੱਤਾ। ਪੂਰੀ ਦੁਨੀਆ 'ਚ ਪ੍ਰਚਾਰ ਕਰ, ਯਿਸੂ ਜਿੰਦਾ ਪਰਮੇਸ਼ਰ ਆ, ਪੂਰੀ ਦੁਨੀਆ ਨੂੰ ਦੱਸ ਕੇ ਯਿਸੂ ਹੀ ਜਿੰਦਾ। ਮੈਂ ਪਰਮੇਸ਼ਰ ਨੂੰ ਦੇਖਣਾ ਚਾਹੁੰਦੀ ਸੀ, ਮੈਂ ਅੱਖਾਂ ਖੋਲਣਾ ਚਾਹੁੰਦੀ ਸੀ। ਮੈਂ ਲੇਟਣ ਦੀ ਤਿਆਰੀ, ਮਤਲਬ ਕਿ ਇਦਾਂ ਮੈਂ ਲੇਟ ਗਈ, ਅੱਖਾਂ ਮੇਰੀਆਂ ਬੰਦ ਰਹੀਆਂ। ਮੈਂ ਖੋਲ ਕੇ ਪਰਮੇਸ਼ਰ ਨੂੰ ਦੇਖਣਾ ਚਾਹੁੰਦੀ ਵੀ ਮੈਨੂੰ ਆਵਾਜ਼ ਆ ਰਹੀ, ਮੇਰਾ ਕਮਰਾ ਗੂੰਜਦਾ ਪਿਆ ਸੀ। ਜਦੋਂ ਇਹ ਆਵਾਜ਼ ਆ ਕੇ ਚਲੀ ਗਈ, ਮੈਂ ਆਪਣੀ ਅੱਖਾਂ ਖੋਲੀ, ਮੈਂ ਕਿਹਾ ਪਰਮੇਸ਼ਰ ਮੈਂ ਤੁਹਾਨੂੰ ਦੇਖਣਾ ਸੀ। ਮੈਂ ਕਿਹਾ ਪਰਮੇਸ਼ਰ ਇਹ ਦਰਸ਼ਨ ਤਾਂ ਤੁਸੀਂ ਮੈਨੂੰ ਦੇਤਾ, ਪਰ ਦੁਨੀਆ ਮੇਰਾ ਵਿਸ਼ਵਾਸ ਕਿੱਦਾਂ ਕਰੂਗੀ। ਚਲੋ ਮੈਂ ਇਸ ਵਰਡ ਨੂੰ ਰਿਸੀਵ ਕੀਤਾ। ਮੈਂ ਨਾ ਮਤਲਬ ਕਿ ਪੂਰੇ ਹਸਪੀਟਲ ਦੇ ਵਿੱਚ ਗਾਹ ਪਾਉਣਾ ਸਟਾਰਟ ਕਰਤਾ। ਮੈਨੂੰ ਪਰਮੇਸ਼ਰ ਦਾ ਦਰਸ਼ਨ ਹੋਇਆ, ਇਦਾਂ ਹੋਇਆ। ਮੈਂ ਕਾਲਜ ਗਈ, ਇੱਕ ਨਸਰੀਨ ਮੈਡਮ ਸੀ, ਮੈਨੂੰ ਕਹਿੰਦਾ ਸਕੀਨਾ ਤੈਨੂੰ ਇੱਕ ਮੈਂ ਤੈਨੂੰ ਗੱਲ ਬੋਲਣੀ ਆ। ਮੈਂ ਕਿਹਾ ਹਾਂਜੀ ਬੋਲੋ। ਤੂੰ ਕਹਿੰਦੀ ਪੈਸੇ ਦੇ ਕੇ ਜੀਐਮ ਕਰ ਰਹੀ ਆ, ਮੈਂ ਜਿਹੜੀ ਸਟੱਡੀ ਆ ਫ੍ਰੀ ਕੀਤੀ ਆ। ਇੱਥੇ ਮੈਨੂੰ ਬੜਾ ਹਾਰਡ ਜਿਹਾ ਹੋਇਆ ਨਾ। ਚਲੋ ਪਰਮੇਸ਼ਰ ਨੇ ਦਿਲ ਲਾਇਆ, ਹਨਾ। ਕੁਛ ਨੇ ਮੈਨੂੰ ਕਹਿੰਦੀ ਤੂੰ ਤਾਂ ਸੈਕਟਰੀ ਦੇ ਡਾਕਟਰ ਨੂੰ ਦਿਖਾਉਣ ਵਾਲੀ ਆ। ਕਿਹੜੇ ਡਾਕਟਰ ਨੂੰ? ਸੈਕਟਰੀ ਦੇ, ਜਿਹੜਾ ਦਿਮਾਗੀ ਹਾਲਤ ਦਾ ਡਾਕਟਰ ਹੁੰਦਾ, ਠੀਕ ਆ। ਵੀ ਤੈਨੂੰ ਪ੍ਰੋਬਲਮ ਹੋ ਗਈ ਦਿਮਾਗੀ ਹਾਲਤ ਦੀ, ਤੈਨੂੰ ਉਹਨੂੰ ਦਿਖਾਉਣ ਵਾਲਾ ਨਾ। ਵੀ ਇਦਾਂ ਕਿੱਦਾਂ, ਤੇ ਮੈਂ ਉਹਨਾਂ ਨੂੰ ਦੱਸਿਆ ਦਰਸ਼ਨ ਬਾਰੇ ਕਿ ਮੈਨੂੰ ਪਰਮੇਸ਼ਰ ਦਾ ਇਦਾਂ ਦਰਸ਼ਨ ਹੋਇਆ। ਕਹਿੰਦੀ ਇਦਾਂ ਕਿਵੇਂ ਹੋ ਸਕਦਾ, ਕਿਉਂਕਿ ਲੋਕਾਂ ਨੇ ਕੀ ਕੀਤਾ, ਨੂੰਹ ਨੂੰ ਤੁੱਸ ਜਾਣਿਆ। ਨੂੰਹ ਕਿੰਨਾ ਗਾਹ ਪਾਉਂਦਾ ਸੀ ਕਿ ਮੈਨੂੰ ਪਰਮੇਸ਼ਰ ਦਾ ਦਰਸ਼ਨ ਹੋਇਆ ਪਾਉਂਦਾ ਸੀ ਨਾ ਗਾ। ਲੋਕਾਂ ਨੇ ਉਹਨਾਂ ਨੂੰ ਕੀ ਕਿਹਾ, ਪਾਗਲ। ਮੈਂ ਕੀ ਆ, ਮੈਂ ਪਾਗਲ ਦੀਵਾਨੀ। ਫਿਰ ਮੈਂ ਸੋਚਿਆ ਕਰਾਂ ਮੈਂ ਯਿਸੂ ਦੀ ਹਾਂ, ਕਈ ਜਾਣਦੇ ਲੋਕਾਂ ਨੇ, ਠੀਕ ਆ। ਤੇ ਲੋਕਾਂ ਨੇ ਪਰਮੇਸ਼ਰ ਯਿਸੂ ਨੂੰ ਤੁੱਸ ਜਾਣਿਆ, ਤਾਂ ਪਰਮੇਸ਼ਰ ਨੇ ਬਾਈਬਲ ਦੇ ਬਚਨ 'ਚ ਲਿਖਿਆ ਕਿ ਲੋਕਾਂ ਨੇ ਮੇਰੇ ਨਾਲ ਵੈਰ ਕੀਤਾ ਤਾਂ ਤੁਹਾਡੇ ਨਾਲ ਵੀ ਵੈਰ ਕਰਨਗੇ। ਪਰਮੇਸ਼ਰ ਨੇ ਕਿਹਾ ਜਿਹਨੇ ਮੇਰੇ ਪਿੱਛੇ ਬਹੁਤ ਤੁਰਨਾ ਤਾਂ ਆਪਣੀ ਸਲੀਪ ਚੁੱਕ ਕੇ ਮੇਰੇ ਪਿੱਛੇ ਤੁਰੋ, ਹਨਾ। ਪਰਮੇਸ਼ਰ ਆਪਾਂ ਨੂੰ ਬਚਾਉਣਾ ਚਾਹੁੰਦਾ। ਪਰਮੇਸ਼ਰ ਨੇ ਮੇਰਾ ਜੀਵਨ ਬਦਲਿਆ। ਮੈਂ ਪਰਮੇਸ਼ਰ ਦਾ ਹਰੇਕ ਚੀਜ਼ ਲਈ, ਤੁਰਨ ਦੇ ਲਈ, ਫਿਰਨ ਦੇ ਲਈ, ਖਾਣ ਦੇ ਲਈ, ਪੀਣ ਦੇ ਲਈ ਲੱਖਾਂ ਕਰੋੜਾਂ ਅਰਬਾਂ ਧੰਨਵਾਦ ਕਰਦੀ ਹਾਂ। ਫਿਰ ਮੈਨੂੰ 2022 ਦੇ ਵਿੱਚ ਮਤਲਬ ਕਿ ਅਮਨ ਦੀ ਮੰਮੀ ਨੂੰ, ਮੈਂ ਉਸ ਟਾਈਮ ਆਂਟੀ ਵੀ ਕਹਿੰਦੇ ਸੀ, ਹੁਣ ਤਾਂ ਮੰਮੀ ਬਣ ਗਏ। ਚਲੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਦੀ ਮੰਮੀ ਕਹਿੰਦੀ ਵੀ ਇਦਾਂ ਕਰਕੇ ਮੇਰਾ ਬੇਟਾ ਮਸੀਹ ਦੇ ਵਿੱਚ ਆ। ਕਿਉਂਕਿ ਪਹਿਲਾਂ ਮੇਰੀ ਫਾਦਰ ਨਾਲ ਗੱਲ ਹੋਈ ਸੀ ਕੁਛ ਟਾਈਮ ਡੈਥ ਤੋਂ ਪਹਿਲਾਂ। ਉਹ ਮੈਨੂੰ ਕਹਿੰਦੇ ਬੇਟੇ ਅਸੀਂ ਤੁਹਾਡੇ ਹਸਪੀਟਲ ਆਉਣਾ। ਮੈਂ ਕਿਹਾ ਅੰਕਲ ਮੈਂ ਬਿਜ਼ੀ ਬਹੁਤ ਹੁੰਦੀ ਹੈਗੀ, ਹਨਾ, ਵੀ ਹਸਪੀਟਲ ਕਿਉਂਕਿ ਵੀ ਤੁਸੀਂ ਨਾ ਰੁਕ ਕੇ ਆ ਜਾਓ, ਮੈਂ ਤੁਹਾਨੂੰ ਕਾਲ ਕਰੂੰਗੀ, ਮੇਰਾ ਟਾਈਮ ਨਹੀਂ ਲੱਗਿਆ। ਚਲੋ ਫਿਰ ਦੁਬਾਰੇ ਕਾਲ ਆਈ। ਮੈਨੂੰ ਕਹਿੰਦੇ ਦੂਸਰੀ ਵਾਰ, ਮੈਨੂੰ ਕਹਿੰਦੇ ਬੇਟੇ ਤੇਰਾ ਸੁਭਾਅ ਸਾਨੂੰ ਬਹੁਤ ਵਧੀਆ ਲੱਗਦਾ। ਮੈਂ ਕਿਹਾ ਚਲੋ ਅੰਕਲ ਥੈਂਕਸ। ਮੈਂ ਉਹਨਾਂ ਨੂੰ ਇਹ ਕਰਕੇ ਮੈਂ ਕਿਹਾ ਅੰਕਲ ਥੈਂਕਸ, ਤੁਹਾਨੂੰ ਮੇਰਾ ਸੁਭਾਅ ਵਧੀਆ ਲੱਗਦਾ। ਕਹਿੰਦੇ ਅਸੀਂ ਤੁਹਾਨੂੰ ਮਿਲਣਾ ਹੀ ਮਿਲਣਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜਿਸ ਦਿਨ ਮੇਰੇ ਕੋਲ ਟਾਈਮ ਹੈ। ਮੈਂ ਕਿਹਾ ਅੰਕਲ ਅੱਜ ਮੈਂ ਬਿਜ਼ੀ ਹਾਂ। ਮੈਂ ਕਿਹਾ ਦੇਖੀ ਇੰਨੇ ਉਤਾਵਲੇ ਖਾਤੇ ਨਹੀਂ ਮੈਨੂੰ ਮਿਲਣ ਲਈ। ਹੁਣ ਮੈਂ ਤਾਂ ਆਪਣੇ ਦਿਲ ਦੀਆਂ ਗੱਲਾਂ 'ਚ ਦੱਸ ਹੀ ਦਿੰਦੀ ਹਾਂ। ਪਹਿਲਾਂ ਤਾਂ ਮੈਂ ਸਹੁਰੇ ਘਰੇ ਸੀ, ਥੋੜੀ ਮੈਂ ਦੇਖਦੀ ਸੀ ਵੀ ਇਹਨਾਂ ਦਾ ਨੇਚਰ ਕਿੱਦਾਂ ਦਾ, ਹਨਾ। ਚਲੋ ਉਸ ਤੋਂ ਬਾਅਦ ਮੈਂ ਕਿਹਾ ਅੰਕਲ ਜਿਸ ਦਿਨ ਮੈਂ ਫ੍ਰੀ ਹੋਈ ਮੈਂ ਤਾਂ ਉਸ ਦਿਨ ਪੱਕਾ ਕਾਲ ਕਰਨੀ ਹੈ। ਹੁਣ ਉਸ ਤੋਂ ਬਾਅਦ ਮੈਨੂੰ ਕੁਛ ਟਾਈਮ ਬਾਅਦ ਪਤਾ ਲੱਗਿਆ ਵੀ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ। ਤਾਂ ਮੈਨੂੰ ਬਾਹਰੋਂ ਕਾਲ ਆਉਂਦੀ ਆ ਤੇ ਉਹ ਬਾਹਰ ਗਏ ਸੀ ਸਿਸਟਰ ਸਵੀਡਨ 'ਚ। ਸਾਡਾ ਦੋਨਾਂ ਦਾ ਆਪਸ ਵਿੱਚ ਬੜਾ ਅੱਛਾ ਪਿਆਰ ਆ, ਹਨਾ। ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਸਕੀਨਾ ਤੂੰ ਇੱਕ ਵਾਰ ਗੱਲ ਕਰੀ ਉਹਨਾਂ ਦੀ ਅੰਕਲ ਦੀ ਇਦਾਂ ਕਰਕੇ ਡੈਥ ਹੋ ਗਈ, ਤੈਨੂੰ ਪਤਾ ਨਹੀਂ। ਮੈਂ ਕਿਹਾ ਹਾਏ ਇਦਾਂ ਕਿੱਦਾਂ ਹੋ ਸਕਦਾ। ਮੈਂ ਕਿਹਾ ਉਹਨਾਂ ਨੇ ਮੇਰੇ ਹਸਪੀਟਲ ਆਉਣਾ ਸੀ। ਉਸ ਤੋਂ ਬਾਅਦ ਮੈਂ ਇਹਨਾਂ ਦੀ ਮਦਰ ਨਾਲ ਗੱਲ ਕੀਤੀ। ਚਲੋ ਮੈਂ ਕਿਹਾ ਆਂਟੀ ਤੁਸੀਂ ਇਦਾਂ ਕਰਕੇ ਟੈਨਸ਼ਨ ਨਾ ਲਓ। ਮੈਂ ਕਿਹਾ ਬਹੁਤ ਕੁਝ ਹੁੰਦਾ ਗਾ। ਉਹ ਮੈਨੂੰ ਇਦਾਂ ਬੋਲੇ ਕਿ ਮੇਰਾ ਬੇਟਾ ਮਸੀਹ 'ਚ ਆ, ਮੇਰੇ ਬੇਟੇ ਨਾਲ ਗੱਲ ਕਰ। ਮੈਂ ਕਿਹਾ ਵੀ ਆਏ ਨਹੀਂ ਮੈਂ ਆਂਟੀ ਗੱਲ ਕਰਨੀ, ਮੈਂ ਤਾਂ ਪ੍ਰਭੂ ਨੂੰ ਮੰਨਦੀ ਹਾਂ। ਮੈਂ ਕਿਹਾ ਵੀ ਮੈਂ ਗੱਲ ਕਰਨੀ, ਠੀਕ ਹੈ। ਮੈਂ ਕਿਹਾ ਇਦਾਂ ਕਿੱਦਾਂ ਹੋ ਸਕਦਾ। ਫਿਰ ਮੇਰੇ ਮਨ ਦੇ ਵਿੱਚ ਆਏ, ਮਤਲਬ ਕਿ ਲੱਤਾਂ ਦੀ ਜਾਨ ਨਿਕਲੀ, ਇੱਕ ਲੱਗਦਾ ਨਾ ਵੀ ਇਹ ਪਰਮੇਸ਼ਰ ਨੇ ਕੁਝ ਕਰਨਾ ਗਾ, ਹਨਾ। ਤੇ ਉਸ ਤੋਂ ਬਾਅਦ ਚਲੋ ਇਦਾਂ ਹੋਇਆ ਕਿ ਮੈਂ ਫਾਸਟਿੰਗ, ਮੈਂ ਕਿਹਾ ਆਂਟੀ ਮੈਂ ਪਰਮੇਸ਼ਰ ਦੀ ਇੱਛਾ ਪੁੱਛੂੰਗੀ ਕੀ ਆ। ਮੈਂ ਫਾਸਟਿੰਗ ਦੇ ਵਿੱਚ ਗਈ। ਜਦੋਂ ਮੈਂ ਫਾਸਟਿੰਗ ਦੇ ਵਿੱਚ ਗਈ ਮੇਰੀ ਪ੍ਰੇਅਰ ਘੱਟ ਗਈ ਸੀ, ਮੇਰਾ ਬਚਨ ਘੱਟ ਗਿਆ ਸੀ। ਕਿਉਂਕਿ ਮੈਂ ਹਸਪੀਟਲ ਦੇ ਵਿੱਚ ਬਿਜੀ ਹੁੰਦੀ ਸੀ, ਮੈਂ ਬਾਹਰ ਜਾਣ ਦੀ ਲਾਈਫ ਦੇ ਵਿੱਚ ਬਿਜੀ ਹੋ ਗਈ, ਠੀਕ ਆ। ਬਚਨ ਪੜ੍ਹਨੋਂ ਘੱਟ ਗਈ, ਪ੍ਰਾਰਥਨਾ ਕਰਨੋਂ ਘੱਟ ਗਈ। ਕਿਤੇ ਮੈਂ 1.5 ਘੰਟੇ ਦੀ ਪ੍ਰਾਰਥਨਾ ਕਰਨੀ, ਹੈ ਨਾ। ਉਸ ਤੋਂ ਬਾਅਦ ਮੈਂ ਫਾਸਟਿੰਗ ਦੇ ਵਿੱਚ ਗਈ। ਫਿਰ ਉਸ ਤੋਂ ਬਾਅਦ ਮੈਂ ਕਿਹਾ ਫਾਸਟਿੰਗ ਦੇ ਵਿੱਚ ਮੈਨੂੰ ਪਰਮੇਸ਼ਰ ਨੇ 2 ਵਜੇ ਰਾਤ ਨੂੰ ਐਨ ਸਰੇਆਮ ਮੇਰਾ ਪ੍ਰੇਅਰ ਕਰਕੇ ਇਦਾਂ ਸੁੱਤੀਆਂ, ਮਤਲਬ ਸੁੱਤੀ ਵੀ ਨਹੀਂ ਜਾਗਦੀ। ਮੈਨੂੰ ਇਹ ਸ਼ੈਤਾਨ ਨੇ ਪਕੜ ਲਿਆ, ਮੇਰਾ ਮੂੰਹ ਬੰਦ ਹੋ ਗਿਆ, ਮੇਰੀ ਜ਼ੁਬਾਨ ਹੈ ਬੰਦ ਕਰਦੀ। ਮੈਂ ਕਿਹਾ ਪਰਮੇਸ਼ਰ ਆ ਕੇ ਮੈਂ ਵੇਖ ਰਹੀ ਹਾਂ ਸ਼ੈਤਾਨ ਨੂੰ ਦੇਖ ਰਹੀ, ਮੇਰੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਉਸ ਤੋਂ ਬਾਅਦ ਹੈ ਨਾ ਜਦੋਂ ਮੈਨੂੰ ਪਰਮੇਸ਼ਰ ਨੇ ਸ਼ੈਤਾਨ ਦਿਖਾਇਆ, ਮੈਂ ਉੱਠ ਕੇ ਲਾਈਟ ਲਗਾਈ। ਇਹ ਜੋ ਵੀ ਮੈਂ ਬੋਲ ਰਹੀ ਹਾਂ ਸਭ ਕੁਝ
ਛੋੜ ਰਹੀ ਹਾਂ, ਠੀਕ ਆ। ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਮੈਨੂੰ ਸਿਰਫ ਉਹਨਾਂ ਲੋਕਾਂ ਦੀ ਪਰਵਾਹ ਜਿਹੜੇ ਯਿਸੂ ਮਸੀਹ ਦੇ ਪਿੱਛੇ ਚੱਲਦੇ ਨੇ, ਵਚਨ ਨੂੰ ਮੰਨਦੇ ਨੇ ਤੇ ਪ੍ਰੇਅਰ ਕਰਦੇ ਨੇਗੇ। ਵੈਸੇ ਤਾਂ ਮੈਨੂੰ ਸਾਰਿਆਂ ਦੀ ਪਰਵਾਹ, ਸਾਰੀ ਸ੍ਰਿਸ਼ਟੀ ਬਚ ਜੇ, ਠੀਕ ਆ, ਮੈਂ ਇਹ ਨਹੀਂ ਕਹਿੰਦੀ ਹੈਗੀ। ਤੇ ਉਸ ਤੋਂ ਬਾਅਦ ਪਰਮੇਸ਼ਵਰ ਦਾ ਨਾ ਜਦੋਂ ਮਤਲਬ ਫਿਰ ਮੈਂ ਉਪਵਾਸ ਦੇ ਵਿੱਚ ਫਿਰ ਮੈਂ ਇੱਕ ਪਾਸਟਰ ਸੀ, ਰਾਜੀਐਸ ਪਾਸਟਰ ਜੀ, ਉਹਨਾਂ ਨੇ ਮੈਂ ਫੋਨ ਦੇ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਮੈਂ ਬੜੀ ਟੈਨਸ਼ਨ 'ਚ ਚੱਲਦੀ ਪਈ ਹਾਂ ਪਾਸਟਰ ਜੀ, ਮੈਨੂੰ ਇੱਦਾਂ ਦਾ ਕਰਕੇ ਆਹ ਪ੍ਰੋਬਲਮ ਹੋਈ, ਮੇਰੀ ਪੂਰੀ ਬਾਡੀ ਦੇ ਵਿੱਚ ਇੱਕਦਮ ਪੇਨ ਸਟਾਰਟ ਹੋਇਆ। ਜਦੋਂ ਮੇਰੀ ਇੰਨੀ ਕੁ ਪੇਨ ਹੋਈ, ਮੈਂ ਆਪਣੀ ਟੈਬਲੇਟ ਲੈ ਕੇ ਥੱਕ ਚੁੱਕੀ ਹਾਂ ਨਾ, ਮੈਂ ਕਿਹਾ ਮੈਂ ਇੰਨੀ ਕੇਅਰ ਕਰਦੀ ਹਾਂ ਬਾਡੀ ਦੀ, ਸਭ ਕੁਛ ਆ ਪਰਮੇਸ਼ਰ ਨਾ, ਵੀ ਮੇਰੇ ਪੇਨ ਕਿਉਂ ਨਹੀਂ ਹਟ ਰਿਹਾ। ਫਿਰ ਮੈਨੂੰ ਸੈਕਿੰਡ ਵਾਰ ਪਰਮੇਸ਼ਰ ਨੇ ਉਸੇ ਟਾਈਮ ਮੈਨੂੰ ਫਿਰ ਸਤਾਨ ਦਿਖਾਇਆ। ਪਰਮੇਸ਼ਰ ਨੇ ਦਿਖਾਇਆ, ਫਿਰ ਮੈਂ ਰਾਜੀਐਸ ਪਾਸਟਰ ਜੀ ਸੀ ਤੇ ਉਹ ਬਾਈਬਲ ਸਟੱਡੀ ਕਰਾਉਂਦੇ ਆ ਬੱਚਿਆਂ ਨੂੰ। ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਆਹ ਕਰਕੇ ਪ੍ਰੋਬਲਮ ਚੱਲ ਰਹੀ। ਮੈਨੂੰ ਉਹਨਾਂ ਦਾ ਬਚਨ ਆਇਆ, ਉਹ ਬਚਨ ਸਾਰਾ ਮੇਰੇ ਤੇ ਲਾਗੂ ਹੋ ਰਿਹਾ ਸੀ ਕਿ ਇੰਨੀ ਕੁ ਭੋਲੀ ਪੇੜ ਸੀ, ਇੰਨੀ ਕੁ ਭੋਲੀ ਪੇੜ ਸੀ, ਬਾਰ-ਬਾਰ ਬਾੜੇ 'ਚੋਂ ਗੁੰਮ ਹੋ ਜਾਂਦੀ ਸੀਗੀ, ਹਨਾ। ਤੇ ਉਹ ਜਦੋਂ ਪਰਮੇਸ਼ਰ ਨੂੰ ਬਾਰ-ਬਾਰ ਚੱਕ ਕੇ ਬਾੜੇ 'ਚ ਸੁੱਟਦਾ ਸੀ, ਕਿਉਂਕਿ ਮੈਂ ਪਰਮੇਸ਼ਰ ਨਾਲ ਗੁੱਸੇ ਸੀਗੀ। ਮੈਂ ਤੁਹਾਨੂੰ ਦੱਸ ਰਹੀ ਕਿਉਂ ਗੁੱਸੇ ਸੀ, ਕਿਉਂਕਿ ਮੈਨੂੰ ਬਚਨ ਦੀ ਸਮਝ ਨਹੀਂ ਸੀ ਆਉਂਦੀ। ਮੈਂ ਕਿਹਾ ਪਰਮੇਸ਼ਰ ਤੁਸੀਂ ਮੈਨੂੰ ਦਰਸ਼ਨ ਦਿੱਤਾ, ਮੈਂ ਵੀ ਪੂਰੀ ਦੁਨੀਆ 'ਚ ਪ੍ਰਚਾਰ ਕਰਾਂ, ਤਾਂ ਲੋਕੀ ਮੈਨੂੰ ਪਾਗਲ ਕਹੀ ਜਾਂਦੇ ਨੇ, ਪੂਰੇ ਹਸਪੀਟਲ ਵਾਲੇ ਸਾਰੇ ਜਿੱਥੇ ਵੀ ਮੈਂ ਜਾਂਦੀ ਮੈਨੂੰ ਪਾਗਲ। ਪਰਮੇਸ਼ਰ ਮੈਂ ਅੱਕ ਚੁੱਕੀ ਹਾਂ, ਹਨਾ, ਵੀ ਮੈਨੂੰ ਬਚਨ ਦੀ ਸਮਝ ਦਿਓ। ਮੈਂ ਬੜੀਆਂ ਚਰਚਾਂ 'ਚ ਗਈ, ਹਨਾ, ਕਿਸੇ ਪਾਸਟਰ ਨੇ ਮੈਨੂੰ ਮਤਲਬ ਕਿ ਸਾਰੇ ਮਤਲਬ ਕਿ ਲਾਲਚੀ, ਸਿੱਧਾ ਮੈਂ ਸਾਫ਼ ਬੋਲਣਾ, ਸਿਰਫ ਲਾਲਚ। ਬਚਨ ਬਾਰੇ ਸਮਝਿਆ ਕਰਾਂ, ਬਚਨ ਬਾਰੇ ਕੋਈ ਦੱਸਿਆ ਨਹੀਂ ਕਰੇ। ਫਿਰ ਮੈਂ ਦਰਸ਼ਨ ਪਾਸਟਰ ਜੀ ਕੋਲ ਜਦੋਂ ਆਈ, ਮੈਂ ਇਹਨਾਂ ਨਾਲ ਗੱਲਬਾਤ ਕੀਤੀ। ਪਹਿਲਾਂ ਮੈਂ 6-7 ਮਹੀਨੇ ਗੱਲ ਕੀਤੀ, ਦੇਖੋ ਮੇਰੇ ਕੋਲ ਟਾਈਮ ਨਹੀਂ ਲੱਗਿਆ ਹਸਪੀਟਲ 'ਚ ਆਉਣ ਦਾ। ਫਿਰ ਮੈਂ ਦੁਬਾਰਾ ਗੱਲ ਕੀਤੀ ਦਰਸ਼ਨ ਪਾਸਟਰ ਜੀ ਨਾਲ, ਫਿਰ ਮੈਂ ਇੱਥੇ ਪਹੁੰਚੀ, ਹੈ ਨਾ। ਉਸ ਟਾਈਮ ਫਿਰ ਮੈਂ ਉਪਵਾਸ ਦੇ ਵਿੱਚ ਸੀ। ਉਪਵਾਸ ਦੇ ਵਿੱਚ ਜਦੋਂ ਮੈਂ ਗਈ, 40 ਦਿਨਾਂ ਦੇ ਉਪਵਾਸ ਰੱਖਣੇ, ਮੈਂ ਸੋਚਿਆ ਪਰਮੇਸ਼ਰ ਮੈਂ 40 ਦਿਨਾਂ ਦੇ ਉਪਵਾਸ ਰੱਖੂ। ਫਿਰ ਮੈਂ ਸੋਚਿਆ ਨਹੀਂ, ਪਰਮੇਸ਼ਰ ਨੇ ਸਾਡੇ ਪਾਪਾਂ ਦੇ ਵਾਸਤੇ ਸਲੀਬ ਤੇ ਕੁਰਬਾਨੀ ਦੇਤੀ ਕਿ 40 ਮੈਂ ਤਾਂ ਜਿੰਨੀ ਦੇਰ ਤੱਕ ਮੈਰਿਜ ਨਹੀਂ ਹੁੰਦੀ ਉਨੀ ਦੇਰ ਤੱਕ ਉਪਵਾਸ ਰੱਖੂ। ਫਿਰ ਮੈਂ ਦਿੱਲੀ ਵਿਜ਼ਨ ਇੰਡੀਆ ਦੇ ਵਿੱਚ ਗਈ, ਹੈ ਨਾ। ਮੈਨੂੰ ਪਾਸਟਰ ਜੀ ਨੇ ਭੇਜਿਆ, ਪਾਸਟਰ ਜੀ ਦੀ ਬੇਟੀ ਗਈ, ਮੇਰੇ ਨਾਲ ਸੁਮਨ, ਅਸੀਂ ਦੋਨੋਂ ਉੱਥੇ ਦਿੱਲੀ ਗਈਆਂ। ਉੱਥੇ ਅਸੀਂ ਰਹੀਆਂ 1 ਹਫ਼ਤਾ। ਉੱਥੋਂ ਬਾਹਰੋਂ ਪਾਸਟਰ ਬੜੇ ਆਏ ਹੋਏ ਸੀ, ਅਲੱਗ-ਅਲੱਗ ਆਪਣਾ ਪ੍ਰਚਾਰ ਕਰਦੇ ਸੀ, ਬਚਨ ਬਾਰੇ ਦੱਸਦੇ ਸੀ। ਆਰਾਧਨਾ ਹੋ ਰਹੀ ਸੀ, ਗੌਤਮ ਵੀਰ ਜੀ ਜਿਹੜੇ ਸਿੰਗਰ ਨੇਗੇ, ਉਹਨਾਂ ਦੀ ਆਰਾਧਨਾ ਦੇ ਵਿੱਚ ਮੈਨੂੰ ਮੇਰੀ ਉਪਵਾਸ ਸੀ ਜਿਹੜੇ ਪਰਮੇਸ਼ਰ ਅੱਗੇ ਹੈ ਕਿ ਅਸੀਂ ਪਰਮੇਸ਼ਰ ਮੇਰੀ ਲਾਈਫ 'ਚ ਆਉਣਾ ਜਾਂ ਮੇਰੀ ਲਾਈਫ 'ਚ ਬਾਹਰਲਾ ਮੁੰਡਾ ਜਾਂ ਬਾਹਰ ਜਾਣਾਗਾ ਮੇਰੀ ਲਾਈਫ 'ਚ, ਕਿਉਂਕਿ ਹੁਣ ਮੈਂ ਫਾਈਲ ਲਾ ਦੇਣੀ ਸੀ, ਮਹੀਨਾ 1.5 ਮਹੀਨਾ ਰਹਿ ਗਿਆ ਸੀਗਾ ਮੇਰੀ ਫਾਈਲ ਲੱਗਣ 'ਚ, ਹਨਾ। ਉਸ ਤੋਂ ਬਾਅਦ ਚਲੋ ਮੈਂ ਮਤਲਬ ਕਿ ਚਰਚ ਦੇ ਵਿੱਚ ਆਰਾਧਨਾ ਕਰ ਰਹੀ ਹਾਂ ਪੂਰੀ ਰੀਸ ਦੇ ਨਾਲ, ਹਨਾ। ਮੈਨੂੰ ਪਰਮੇਸ਼ਰ ਨੇ ਦਰਸ਼ਨ ਦਿੱਤਾ। ਇੱਧਰ ਮੈਂ ਖੜੀ ਹਾਂ, ਇੱਧਰ ਅਮਨ ਖੜਾ, ਸਾਡਾ ਦੋਨਾਂ ਦਾ ਪਰਮੇਸ਼ਰ ਨੇ ਹੱਥ ਫੜਿਆ, ਠੀਕ ਆ। ਤੇ ਉਸ ਤੋਂ ਬਾਅਦ ਪਰਮੇਸ਼ਰ ਯਿਸੂ ਨੇ ਕਿਹਾ ਕਿ ਬਾਹਰਲਾ ਲੜਕਾ ਤੇਰੀ ਲਾਈਫ 'ਚ ਹੈਗਾ, ਬਾਹਰ ਜਾਣਾ ਨਹੀਂ ਹੈਗਾ ਤੇਰੀ ਲਾਈਫ 'ਚ ਅਮਨ। ਮੈਂ ਰੋਂਦੀ ਸੀ ਬਹੁਤ। ਮੈਂ ਕਿਹਾ ਪਰਮੇਸ਼ਰ ਉਹਦੇ ਵਿੱਚ ਕੀ ਰੱਖਿਆ ਹੈ ਜਾਂ ਕਿ ਤੁਸੀਂ ਉਹਨੂੰ ਇੰਨਾ ਪਿਆਰ ਕਰਦੇ ਹੋਗੇ, ਹਨਾ। ਮੈਂ ਕਿਹਾ ਚਲੋ ਠੀਕ ਆ ਪਰਮੇਸ਼ਰ ਜੀ, ਇਸ ਦਰਸ਼ਨ ਨੂੰ ਮੈਂ ਰਿਸੀਵ ਕਰਦੀ ਹਾਂ। ਐਦਾਂ ਹੀ ਪਰਮੇਸ਼ਰ ਸਾਡਾ ਹੱਥ ਫੜ ਕੇ ਨਾ, ਮੈਰਿਜ ਹੋ ਰਹੀ ਹੈ ਮੇਰੀ, ਐਦਾਂ ਹੀ ਪਰਮੇਸ਼ਰ ਮੈਨੂੰ ਹੱਥ ਫੜ ਕੇ ਨਾ ਸਟੇਜ ਤੇ ਲੈ ਗਏ। ਉੱਥੇ ਬਸ ਮਤਲਬ ਕਿ ਮੈਰਿਜ ਦਿਖਾ ਕੇ, ਮੈਰਿਜ ਦਾ ਦਰਸ਼ਨ ਦਿਖਾ ਕੇ ਬਸ ਉਸ ਤੋਂ ਬਾਅਦ ਪਰਮੇਸ਼ਰ ਚਲੇ ਗਏ, ਹਨਾ। ਤੇ ਉਸ ਤੋਂ ਬਾਅਦ ਮੈਂ ਸੋਚਿਆ ਪਰਮੇਸ਼ਰ ਵੀ ਮੇਰੇ ਘਰਦਿਆਂ ਨੇ ਤਾਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਨਾ, ਬ੍ਰਦਰ ਤਾਂ ਮੇਰਾ ਪਹਿਲਾਂ ਹੀ ਵਿਰੋਧ 'ਚ, ਹਨਾ। ਵੀ ਚਲੋ ਮੈਂ ਮੇਰੇ ਘਰੇ ਵੀ ਥੋੜੀ ਜਿਹੀ ਗੱਲ ਕੀਤੀ ਵੀ ਨਹੀਂ, ਆਪਾਂ ਪ੍ਰਭੂ ਦੇ ਲੋਕ, ਆਪਾਂ ਨੂੰ ਸੱਚ ਬੋਲਣਾ ਚਾਹੀਦਾ, ਕਿਉਂਕਿ ਮੇਰਾ ਬ੍ਰਦਰ ਕਹਿੰਦਾ ਇਦਾਂ ਕਿੱਦਾਂ ਹੋ ਸਕਦਾ, ਨਹੀਂ ਤੂੰ ਬਾਹਰ ਜਾਣਾ ਤੇ ਆਪਦੇ ਬਾਹਰ ਦੀਆਂ ਤਿਆਰੀਆਂ ਕਰ, ਇਹ ਉਹ ਕਹਿ। ਮੈਂ ਕਿਹਾ ਵੀ ਇਦਾਂ ਦਾ ਕਰਕੇ ਮੁੰਡਾ ਗਾ, 2 ਭਰਾ ਨੇ, ਕੋਈ ਸਿਸਟਰ ਨਹੀਂ ਹੈਗੀ, ਇਦਾਂ ਕਹਿੰਦਾ ਆਪਾਂ ਨੇ ਕੁਛ ਨਹੀਂ ਲੈਣਾ ਹੈਗਾ, ਠੀਕ ਆ। ਇੱਥੇ ਸਭ ਲੋਕ ਲਾਲਚੀ ਨੇ, ਤੇਰੇ ਨੀਚੇ ਆਪਣੀ ਗੱਡੀ ਹੋਣੀ ਚਾਹੀਦੀ ਹੈ, ਤੂੰ ਆਪਣੀ ਮਿਹਨਤ ਕਰ ਤੇ ਬਾਹਰ ਜਾ, ਠੀਕ ਆ, ਦੁਨੀਆ ਦੇ ਵਿੱਚ ਤੂੰ ਚਮਕਣੀ ਚਾਹੀਦੀ ਆ। ਮੈਂ ਕਿਹਾ ਚੱਲ ਠੀਕ ਆ, ਹਨਾ। ਮੈਂ ਕਿਹਾ ਤੇਰੀ ਮਰਜ਼ੀ ਹੈ ਨਾ। ਮੈਂ ਕਿਹਾ ਪਰਮੇਸ਼ਰ ਹੁਣ ਵੀ ਮੈਨੂੰ ਨਹੀਂ ਪਤਾ ਹੈਗਾ, ਮੈਂ ਇਹਨਾਂ ਦੀ ਮਦਰ ਨਾਲ ਵੀ ਗੱਲ ਕੀਤੀ ਵੀ ਇਦਾਂ ਕਰਕੇ ਵੀ ਬ੍ਰਦਰ ਮੰਨਦੇ ਨਹੀਂ ਹੈਗੇ। ਉੱਥੇ ਇੱਕ ਗੱਲ ਚਲੋ ਮੈਂ ਦੱਸ ਹੀ ਦਿੰਦੀ ਹਾਂ, ਹਨਾ। ਪਰ ਮੈਂ ਉਹ ਦੱਸੇ ਬਿਨਾਂ ਤਾਂ ਰਹਿ ਨਹੀਂ ਜਾਣਾ ਹੈਗਾ। ਚਲੋ ਮੈਂ ਚਾਹੁੰਦੀ ਛੋਟੀ ਹੋਏ ਗਵਾਹੀ ਵਾਸਤੇ ਵੱਡੀ ਤਾਂ ਨਹੀਂ ਹੋ ਗਈ। ਅੱਛਾ ਹਾਂਜੀ ਹਾਂ, ਚਲੋ ਜਦੋਂ ਮੈਨੂੰ ਪਰਮੇਸ਼ਰ ਨੇ ਦਰਸ਼ਨ ਦਿੱਤਾ, ਫਿਰ ਨਾ ਮੈਂ ਦੇਖੋ ਦਰਸ਼ਨ ਪਾਸਟਰ ਜੀ ਨਾਲ ਮਿਲਾਇਆ, ਪਰਮੇਸ਼ਰ ਦੇ ਮੈਨੂੰ ਕਿੰਨੇ ਦਰਸ਼ਨ ਹੋਏ। ਮੈਂ ਪਰਮੇਸ਼ਰ ਦਾ ਲੱਖਾਂ ਕਰੋੜਾਂ ਅਰਬਾਂ ਧੰਨਵਾਦ ਕਰਦੀ ਹਾਂ। ਉਸ ਤੋਂ ਬਾਅਦ ਮੈਂ ਸੋਚਿਆ ਪਰਮੇਸ਼ਰ ਕਿਸੇ ਨੇ ਨੂੰਹ ਦਾ ਯਕੀਨ ਨਹੀਂ ਸੀ ਕੀਤਾ, ਹਨਾ। ਚਲੋ ਇਹਨਾਂ ਨੇ ਇੱਕ ਵਾਰ ਚਰਨਜੀਤ ਭੈਣ ਜੀ ਮੈਨੂੰ ਕਹਿੰਦੇ ਮੁੰਡਿਆਂ ਦੇ ਸੁਪਨੇ ਲੈ ਰਹੇ ਮਕਾਨ, ਹਾਂ ਨਹੀਂ ਤੈਨੂੰ ਮੈਂ ਕੀ ਦੱਸਾਂ, ਤੂੰ ਪ੍ਰਭੂ 'ਚ ਹੋ ਗਿਆ ਅੱਲਾ ਕੀ ਮੈਨੂੰ ਬੋਲਦੀ ਪਈਆਂ ਹੈ, ਦੱਸ। ਤੇ ਮੈਨੂੰ ਕਹਿੰਦੀ, ਮੈਂ ਕਿਹਾ ਮੈਨੇ ਦਰਸ਼ਨ ਦਿੱਤਾ ਪਰਮੇਸ਼ਵਰ ਨੇ, ਠੀਕ ਹੈ, ਤੂੰ ਤਾਂ ਮੇਰਾ ਯਕੀਨ ਕਰ ਲਾ, ਹਨਾ। ਵੀ ਜਦੋਂ ਮੇਰੇ ਪ੍ਰਭੂ ਦੇ ਲੋਕ ਨਹੀਂ ਮੇਰਾ ਯਕੀਨ ਕਰਨਗੇ ਤੇ ਮੇਰਾ ਕੌਣ ਯਕੀਨ ਕਰੂਗਾ। ਮੈਂ ਕਿਹਾ ਪਰਮੇਸ਼ਰ ਮੇਰਾ ਕੌਣ ਯਕੀਨ ਕਰੂਗਾ। ਚਲੋ ਮੈਂ ਪਾਸਟਰ ਜੀ ਨੂੰ ਸਾਰੀ ਗੱਲ ਦੱਸੀ, ਇੱਦਾਂ ਦਾ ਦਰਸ਼ਨ ਬਾਰੇ ਸਾਰਾ ਕੁਛ ਹੋਇਆ, ਸਾਡੀ ਸਾਰੀਆਂ ਗੱਲਾਂ ਹੋਈਆਂ, ਇਹਨਾਂ ਨਾਲ ਗੱਲ ਹੋਈ। ਫਿਰ ਪਾਸਟਰ ਜੀ ਘਰੇ ਗਏ, ਚਲੋ ਬ੍ਰਦਰ ਕਹਿੰਦਾ ਮੈਂ ਤਾਂ ਕਰਨਾ ਨਹੀਂ, ਸਾਡੇ ਘਰੋਂ ਚੁੱਕ ਕੇ ਬਾਈਬਲ ਨਿਕਲ ਜਾ। ਮੇਰੇ ਤੋਂ 1 ਰੁਪਇਆ ਨਹੀਂ ਲਿਆ ਇਹਨਾਂ ਨੇ, ਹਨਾ। ਮੈਂ ਸਿਰਫ ਸੂਟਾਂ ਦੇ ਵਿੱਚ ਗਈਆਂ। ਮੇਰਾ ਭਰਾ ਕਹਿੰਦਾ ਸੀ ਜੇ ਤੂੰ ਮਸੀਹ ਦੇ ਵਿੱਚ ਵਿਆਹ ਕਰਾਉਣਾ ਮੈਂ ਤੈਨੂੰ ਕੁਛ ਨਹੀਂ ਦੇਣਾ। ਪਹਿਲਾਂ ਜਿੱਥੇ ਮੇਰੀ ਮੈਰਿਜ ਕੀਤੀ ਸੀ, ਮੇਰਾ ਘਰ ਭਰਤਾ ਦਹੇਜ ਨਾਲ, ਸੋਨਾ ਬਥੇਰਾ ਦਿੱਤਾ, ਇਹ ਉਹ ਸਭ ਕੁਝ ਦਿੱਤਾ, ਮੋਟਰਸਾਈਕਲ ਇਹ
ਉਹ ਵੀ ਮੁੰਡੇ ਨੇ BA ਕੀਤੀ ਸੀ, ਟੀਚਰ ਸੀਗਾ ਪਹਿਲਾਂ ਪ੍ਰਾਈਵੇਟ, ਪਤਾ ਨਹੀਂ ਹੁੰਦਾ ਕੀ ਕਰਦਾ ਕੀ ਨਹੀਂ। ਚਲੋ ਪੁਰਾਣੀਆਂ ਗੱਲਾਂ ਨੂੰ ਮੈਂ ਛੱਡਦੀ ਹਾਂ, ਪਰਮੇਸ਼ਰ ਕਹਿੰਦਾ ਪੁਰਾਣੀਆਂ ਗੱਲਾਂ ਨੂੰ ਮਤਲਬ ਕਿ ਤੁਸੀਂ ਉਹ ਕਰ ਦਿਓ ਤੇ ਤੁਸੀਂ ਅੱਗੇ ਨਵੀਆਂ ਯੋਜਨਾ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਪ੍ਰਗਟ ਕਰੋ, ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਨਵੀਆਂ ਯੋਜਨਾ ਬਣਾਈਆਂ ਨੇ, ਹਨਾ। ਮੈਂ ਪਰਮੇਸ਼ਰ ਦਾ ਹਰੇਕ ਚੀਜ਼ ਲਈ ਧੰਨਵਾਦ ਕਰਦੀ ਹਾਂ, ਚੱਪਲ ਦੇ ਲਈ ਵੀ, ਇਸ ਚੁੰਨੀ ਦੇ ਲਈ ਵੀ, ਇਹ ਚੂੜੀ ਦੇ ਲਈ ਵੀ, ਭਾਵੇਂ ਜਿਹੜੀ ਵੀ ਮਰਜ਼ੀ ਆ, ਹਨਾ। ਮੇਰੀ ਮਦਰ ਇਨ ਲਾ ਨੇ ਮੈਨੂੰ ਕਾਂਡੇ ਟੌਪਸ ਕਰਾ ਕੇ ਦਿੱਤੇ ਨੇ ਗੋਲਡ ਦੇ, ਮੇਰੇ ਕੋਲ ਕੁਝ ਵੀ ਨਹੀਂ ਸੀ ਹੈਗਾ ਜਦੋਂ ਮੈਂ ਘਰੋਂ ਨਿਕਲੀ ਹਾਂ। ਮੈਂ ਪਰਮੇਸ਼ਰ ਦਾ ਇੰਨਾ ਕਰੋੜਾਂ ਧੰਨਵਾਦ ਕਰਦੀ ਹਾਂ ਹਰੇਕ ਚੀਜ਼ ਦੇ ਲਈ। ਬਸ ਫਿਰ ਮੇਰੇ ਬ੍ਰਦਰ ਨੇ ਮੈਨੂੰ ਜਦੋਂ ਇਹ ਗੱਲ ਕਹੀ, ਮੈਂ ਤੈਨੂੰ ਕੁਝ ਨਹੀਂ ਦੇਣਾ। ਹੁਣ ਨਾ ਮੇਰੇ ਪੇਕੇ ਮੇਰੇ ਆਏ ਨਹੀਂ ਸੀ ਹੈਗੇ ਮੈਰਿਜ ਤੇ, ਮੇਰੇ ਲਈ ਮੇਰੇ ਮਦਰ ਫਾਦਰ ਪਾਸਟਰ ਜੀ ਸੀ, ਤੇ ਬ੍ਰਦਰ ਮੈਨੂੰ ਕਹਿੰਦੇ ਵੀ ਨਹੀਂ ਮੈਂ ਮਸੀਹ 'ਚ ਨਹੀਂ ਕਰਨਾ, ਸਾਡੀ ਬਦਨਾਮੀ ਹੁੰਦੀ ਹੈ, ਸਾਡਾ ਨਾਮ ਆ, ਸਾਡਾ ਜੀ ਆ ਉਹ ਆ, ਮਤਲਬ ਸਾਰੀਆਂ ਕੁੜੀਆਂ ਮੇਰੇ ਬ੍ਰਦਰ ਨੇ, ਮੈਂ ਨਹੀਂ ਕਹਿੰਦੀ ਮੇਰੀਆਂ 2 ਭਾਣਜੀਆਂ ਸੀ, ਉਹਨਾਂ ਦੀ ਬੜੀ ਹੈਲਪ ਕੀਤੀ, ਹਨਾ। ਇੱਕ ਭਾਣਜੀ ਮੇਰੀ ਹੁਣ ਬਾਹਰ ਜਾ ਰਹੀ ਹੈ, ਪਹਿਲਾਂ ਮੇਰੀ ਭਾਣਜੀ ਇੱਕ ਬਾਹਰ ਚਲੀ ਗਈ, ਉਹਨਾਂ ਦੇ ਹਸਬੈਂਡ ਵੀ ਚਲੇ ਗਏ, ਤੇ ਇੱਕ ਮੇਰੀ ਭਾਣਜੀ ਹੁਣ ਜਾ ਰਹੀ ਹੈ, ਮੇਰੇ ਚਾਚੇ ਦੀ ਕੁੜੀ ਵੀ ਜਾ ਰਹੀ ਆ। ਮੇਰੇ ਬ੍ਰਦਰ ਮਤਲਬ ਕਿ ਉਹਨਾਂ ਨੇ ਬਹੁਤ ਸਪੋਰਟ ਕਰ ਰਿਹਾ, ਉਹਨੂੰ ਇਹ ਆ ਕਿ ਸਾਡੇ ਘਰ 'ਚੋਂ ਮੇਰੀ ਸਿਸਟਰ ਵੀ ਚਲੀ ਜਾਵੇ, ਹਨਾ। ਤੇ ਉਹਦੇ ਮਤਲਬ ਕਿ ਇਦਾਂ ਦੀ ਗੱਲਾਂ ਸੀ। ਚਲੋ ਪਾਸਟਰ ਜੀ ਮੇਰੀ ਲਾਈਫ ਦੇ ਵਿੱਚ ਆਏ, ਹੁਣ ਤੇ ਮੇਰੇ ਲਈ ਮੇਰੇ ਮਾਂ-ਬਾਪ ਨੇ, ਹਨਾ। ਜਦੋਂ ਮੈਨੂੰ ਪਰਮੇਸ਼ਰ ਨੇ ਦਰਸ਼ਨ ਦੇ ਪ੍ਰਤੀ ਇੱਥੇ ਘੱਲਿਆ ਤੇ ਮੇਰੇ ਇਹਨਾਂ ਨੇ ਦਰਸ਼ਨ ਤੇ ਬਲੀਵ ਕੀਤਾ, ਕੁਝ ਵੀ ਆ, ਮੈਂ ਪਰ ਇਹ ਦੇਖੋ ਦਿਨਾਂ ਦੇ ਵਿੱਚ ਹੀ ਦਰਸ਼ਨ। ਮੈਂ ਕਿਹਾ ਪਰਮੇਸ਼ਰ ਇਹਨੂੰ ਕਿੱਦਾਂ ਲੋਕ ਮਤਲਬ ਕਿ ਹਨਾ ਕੋਈ ਮੰਨੂਗਾ, ਮਤਲਬ ਕਿ ਮੇਰੇ ਦਰਸ਼ਨ ਨੂੰ ਮੈਂ ਕਿੱਦਾਂ ਦੱਸੂਗੀ, ਕਿਵੇਂ ਦੱਸੂਗੀ, ਘਰੇ ਤਾਂ ਕਿਸੇ ਨੇ ਐਕਸੈਪਟ ਨਹੀਂ ਕੀਤਾ। ਅੱਜ ਮੇਰੇ ਘਰਦਿਆਂ ਨੇ ਮੈਨੂੰ ਖੁਦ ਰੋਟੀ ਕੀਤੀ ਆ ਤੇ ਮੈਨੂੰ ਬੁਲਾਇਆ, ਮੇਰੀ ਭਾਬੀ ਨੇ ਪੁੱਛਿਆ ਕੀ ਬਣਾਵਾਂ, ਤੇਰੇ ਹਸਬੈਂਡ ਕੀ ਖਾਣਗੇ, ਮਾਂ ਭੈਣ ਜਿਹੜਾ ਕੁਝ ਬਣਾ, ਮੈਂ ਤਾਂ ਕੁਝ ਖਾਣਾ ਨਹੀਂ, ਠੀਕ ਆ। ਇੱਕ ਗੱਲ ਮੈਂ ਹੋਰ ਦੱਸਦੀ ਹਾਂ, ਪਰਮੇਸ਼ਰ ਨੇ ਕਿਹਾ ਜਿਹੜੀ ਬਿਮਾਰੀ ਆਈ ਹੈ ਨਾ ਤੁਹਾਡੇ ਤੇ, ਜਿਹੜਾ ਵੀ ਕੋਈ ਰੋਗ ਆਇਆ, ਉਹ ਵੀ ਕੀ ਆ, ਮੇਰੀ ਮਹਿਮਾ ਵਾਸਤੇ ਆ, ਹਨਾ। ਥੋੜੇ ਦਿਨ ਪਹਿਲਾਂ ਨਾ ਮੈਂ ਮਤਲਬ ਕਿ ਰਾਤੀ ਮੈਨੂੰ ਪਰਮੇਸ਼ਰ ਨੇ ਸੁਪਨੇ 'ਚ ਦਰਸ਼ਨ ਦਿੱਤਾ, ਇੱਕ ਪਾਣੀ ਆ ਗਿਆ ਬਹੁਤ ਸਾਰਾ, ਹਨਾ। ਬੜਾ ਤਲਾਬ ਬਣਿਆ ਹੋਇਆ, ਉੱਥੇ ਮੋਟਰ, ਮੈਨੂੰ ਪਾਣੀ ਤੋਂ ਡਰ ਲੱਗਦਾ, ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਹਾਂ। ਉੱਥੇ ਬੜਾ ਤਲਾਬ ਬਣਿਆ, ਵੀ ਮੇਰਾ ਪੈਰ ਤਿਲਕ ਗਿਆ, ਹਨਾ। ਪ੍ਰਾਰਥਨਾ ਕਰਕੇ ਸੁੱਤੀ, ਮੇਰਾ ਪੈਰ ਤਿਲਕ ਗਿਆ, ਮੈਂ ਕੁੰਡ ਦੇ ਵਿੱਚ ਮਤਲਬ ਕਿ ਵਿੱਚ ਮੈਂ ਕਿ ਪਰਮੇਸ਼ਰ ਮੈਂ ਡੁੱਬੀ ਕਿਉਂ ਨਹੀਂ, ਉੱਪਰ ਤਲਦੀ ਹਾਂ, ਪਰਮੇਸ਼ਰ ਮੈਨੂੰ ਬਚਾ ਲਓ, ਪਰਮੇਸ਼ਰ ਮੈਨੂੰ ਬਚਾ ਲਓ। ਉਹਦੇ ਨਾਲ ਇੱਕ ਇੱਥੇ ਗੁਫਾ 'ਚ ਆ ਗਿਆ, ਤੇ 2 ਦਿਨਾਂ ਬਾਅਦ ਮੈਂ ਆਪਣੀ ਸਕੈਨ ਕਰਾਈ, ਮੇਰੇ ਪੇਨ ਉੱਠੀ, 2 ਦਿਨਾਂ ਬਾਅਦ ਮੈਂ ਸਕੈਨ ਕਰਾਈ, ਮੇਰੇ 19 mm ਦਾ ਸਟੋਨ ਆਇਆ ਗਾਲ ਬਲੈਡਰ ਦੇ ਵਿੱਚ। ਦੇਖੋ ਗਾਲ ਬਲੈਡਰ ਮਤਲਬ ਪਿੱਤੇ ਦੇ ਵਿੱਚ, ਜਿਹਦੇ ਪਿੱਤੇ ਦੇ ਵਿੱਚ ਮਤਲਬ ਕਿ ਸਟੋਨ ਹੋਵੇ ਨਾ, ਉਸ ਇਨਸਾਨ ਦੇ ਬਹੁਤ ਹੀ ਪੇਨ ਹੁੰਦੀ ਆ, ਉਹ ਕੰਮ ਨਹੀਂ ਕਰ ਸਕਦਾ। ਚਲੋ ਸਹੁਰੇ ਘਰੇ ਤਾਂ ਕੋਈ ਕੁੜੀ ਹੈ ਨਹੀਂ ਸੀ, ਦੂਸਰੇ ਬ੍ਰਦਰ ਬਾਹਰ ਨੇ, ਭਾਬੀ ਵੀ ਮਤਲਬ ਕਿ ਜਿਹੜੇ ਜਠਾਣੀ, ਹਨਾ, ਉਹ ਵੀ ਬਾਹਰ ਨੇ ਗਏ, ਉਹਨਾਂ ਨੇ BSc ਨਰਸਿੰਗ ਕੀਤੀ ਹੋਈ ਆ। ਉਹ ਦੇਖੋ ਪਰਮੇਸ਼ਰ ਦਾ ਮੈਂ ਕਿੰਨਾ ਧੰਨਵਾਦ ਕਰਦੀ, ਮੈਂ ਵੀ ਨਰਸਿੰਗ ਲਾਈਨ 'ਚ, ਉਹ ਵੀ ਨਰਸਿੰਗ ਲਾਈਨ 'ਚ, ਹਨਾ। ਸਾਡੀ ਸੇਮ ਇੱਕੋ ਹੀ ਸੋਚ ਆ ਵੀ ਮੈਂ ਚਾਹੁੰਦੀ ਹਾਂ ਬਸ ਵੀ ਪਰਮੇਸ਼ਰ ਦਾ ਰਾਜ ਆਵੇ, ਪੂਰੀ ਦੁਨੀਆ ਜਾਣੇ ਕਿ ਯਿਸੂ ਹੀ ਜਿੰਦਾ ਤੇ ਜੀਵਤ ਪਰਮੇਸ਼ਰ ਨੇ ਬਾਈਬਲ ਦੇ ਬਚਨ ਦੇ ਵਿੱਚ ਲਿਖਿਆ, ਮੈਂ ਜੀਵਤ ਹੂੰ ਤੁਮ ਵੀ ਜੀਵਤ ਰਹੋਗੇ, ਯਹੋਨਾ 14:19 ਦੇ ਵਿੱਚ ਦਿੱਤਾ ਗਿਆ। ਮੈਂ ਪਰਮੇਸ਼ਰ ਦਾ ਲੱਖਾਂ ਕਰੋੜਾਂ ਅਰਬਾਂ ਧੰਨਵਾਦ ਕਰਦੀ ਹਾਂ। ਪਰਮੇਸ਼ਰ ने बाइबल के वचन में ਦਿੱਤਾ ਗਿਆ, यहोवा ने कहा मैं तुम्हारी चारों ओर आग की सहरपनाह ठहरूंगा, उसके बीच में तेजों में होकर तुझे दिखाई दूंगा। यकरिया 2:5 में ਦਿੱਤਾ ਗਿਆ। हर एक चीज के लिए, हर एक वर्ड के लिए मैं परमेश्वर का ਲੱਖਾਂ ਕਰੋੜਾਂ ਧੰਨਵਾਦ करदी हूं। परमेश्वर ने कहा बोझ थले दबे हुए लोगों मेरे को आओ, मैं ਤੁਹਾਨੂੰ आराम देंगा, है ना। परमेश्वर ने मतलब कि मैं ਜਦੋਂ ਵੀ ਤੁਸੀਂ ਪ੍ਰਾਰਥਨਾ ਕਰਨੀ ਹੈ, मैं नहीं कहती चलो जिवें भी आ, है ना, ਤੁਸੀਂ ਕਰਦੇ, पर मैं जो ਤੁਹਾਨੂੰ ਦੱਸਣਾ ਚਾਹਨੀ ਹਾਂ ਕਿ ਤੁਸੀਂ ਪਰਮੇਸ਼ਰ ਨੂੰ ਇੰਨਾ ਪ੍ਰੇਮ ਕਰ ਲਓ, ਸਭ ਕੁਝ ਭੁਲਾ ਦਿਓ ਕਿ ਕੀ ਆ ਕੀ ਨਹੀਂ, ਕੀ ਹੋਣਾ ਕੀ ਨਹੀਂ। ਜਿਸ ਦਿਨ ਮੈਂ ਇੱਥੇ ਆਈ ਸੀ ਮੇਰੇ ਕੋਲ ਕੁਝ ਨਹੀਂ ਸੀ, ਜਦੋਂ ਮੈਂ ਮੇਰੇ ਸਹੁਰੇ ਘਰੇ ਗਈ, ਹੈ ਨਾ, ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ। ਮੈਂ ਚਾਹੁੰਦੀ ਸੀ ਜਿੱਦਾਂ ਮੈਂ ਚਾਹੁੰਦੀ ਸੀ, ਮੈਨੂੰ ਸਭ ਕੁਝ ਮਿਲਿਆ। ਮੈਂ ਨਾ ਪਹਿਲਾਂ ਮੰਗਦੀ ਹੁੰਦੀ ਸੀ ਪਰਮੇਸ਼ਰ ਤੋਂ ਪ੍ਰਾਰਥਨਾ, ਪਰਮੇਸ਼ਰ ਇੱਧਰ ਬਾਗ ਹੋਵੇ, ਇੱਧਰ ਛੋਟੀ ਜਿਹੀ ਕੋਠੀ ਹੋਵੇ, ਮੈਂ ਵਿੱਚ ਬੈਠੀ ਹੋਵਾਂ, ਮੇਰੇ ਪੰਜਾਬੀ ਸੂਟ ਪਾਇਆ ਹੋਵੇ, ਮੈਂ ਪ੍ਰਾਰਥਨਾ ਕਰਦੀ ਹੋਵਾਂ, ਠੀਕ ਹੈ, ਮੈਂ ਪ੍ਰਾਰਥਨਾ ਕਰਦੀ ਹੋਵਾਂ, ਮੈਂ ਬਾਈਬਲ ਪੜ੍ਹਦੀ ਹੋਵਾਂ, ਬਸ ਮੈਨੂੰ ਕੋਈ ਡਿਸਟਰਬ ਨਾ ਕਰੇ, ਤੁਸੀਂ ਹੋਵਾਂ ਮੈਂ ਹੋਵਾਂ, ਠੀਕ ਹੈ। ਤੇ ਮੈਨੂੰ ਸੱਚ-ਮੁੱਚ ਪਰਮੇਸ਼ਰ ਨੇ ਇੱਧਰਲੇ ਪਾਸੇ ਬਾਗ, ਇੱਧਰਲੇ ਪਾਸੇ ਕੋਠੀਆਂ, ਹਰੇਕ ਫਰੂਟ ਲੱਗਿਆ ਹੋਇਆ। ਮੈਂ ਪਰਮੇਸ਼ਰ ਦਾ ਲੱਖਾਂ ਕਰੋੜਾਂ ਅਰਬਾਂ ਧੰਨਵਾਦ ਕਰਦੀ ਹਾਂ, ਠੀਕ ਹੈ। ਵੀ ਹੱਸਦੇ ਰਹੋ, ਕਿਉਂਕਿ ਹੱਸਣਾ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਆ। 2007 ਤੋਂ ਮੈਂ ਜੌਬ ਕਰਦੀ ਪਈ ਹਾਂ, ਹੈ ਨਾ। 2000 ਕਿੰਨਾ ਚੱਲਦਾ 22, 2007 ਤੋਂ ਮੈਂ ਡਾਕਟਰੀ ਲਾਈਨ ਦੇ ਵਿੱਚ ਹੁੰਦੀ ਸੀ। ਪਹਿਲਾਂ ਤਾਂ ਉਹੀ ਹੁੰਦੀ ਸੀ, ਵੈਸੇ ਤਾਂ ਹੈਗੀ ਵੀ ਉਹ ਜਿਹੀ ਹੁਣ ਵੀ, ਪਰ ਥੋੜੀ ਜਿਹੀ ਮੋਟੀ ਹੋ ਗਈ, ਥੋੜੀ ਜਿਹੀ, ਹੈ ਨਾ। ਤੇ ਉਸ ਤੋਂ ਬਾਅਦ 2022 ਦੇ ਵਿੱਚ ਚਲੋ ਪਰਮੇਸ਼ਰ ਦਾ ਦਰਸ਼ਨ ਹੋਇਆ ਮੈਨੂੰ। ਮੈਂ ਪਰਮੇਸ਼ਰ ਦਾ ਕਦੇ ਵੀ ਇਹ ਨਹੀਂ ਕਹਿਣਾ ਹਾਂ 19 mm ਦਾ ਸਟੋਨ ਆਇਆ। ਪਰਮੇਸ਼ਰ ਨੇ ਮੈਨੂੰ ਕੀ ਕੀਤਾ, ਪਹਿਲਾਂ ਦਰਸ਼ਨ ਦਿੱਤਾ, ਫਿਰ ਮੈਂ ਕਿਚਨ ਦੇ ਵਿੱਚ ਖੜੀ ਨੇ ਕਿਹਾ ਕਿ ਪਰਮੇਸ਼ਰ ਜੇਕਰ ਤੁਹਾਡੀ ਇੱਛਾ ਹੈ ਨਾ, ਜੇ ਤਾਂ ਭਾਈ ਸੁਣ ਲਓ, ਫਿਰ ਬਾਅਦ ਵਿੱਚ ਮਾਰ ਲਓ, ਕੋਈ ਬੱਚੇ ਨੂੰ ਬੋਲਣ ਲਓ, ਕੋਈ ਗੱਲ ਨਹੀਂ। ਅੰਕਲ ਤੁਸੀਂ ਤਾਂ ਸੁਣ ਲਓ, ਦੱਸੋ ਮੇਰੇ ਨਾਲ ਫੈਨ ਅੱਜ ਤਾਂ ਬੈਠੇ ਤੇ ਸੁਣਦੇ ਆ, ਸੁਣਦੇ
बाइबल के वचन दे विच एक तरफ ये भी लिखा कि मैं तुम्हारे बीच में से हर एक प्रकार का रोग दूर करूंगा। व्यवस्था में 7 और 15 के विच दिता गया। परमेश्वर एक तरफ ये भी लिखा कि जिहड़ी बीमारी आई है मेरी महिमा दे वास्ते। मैं कहा परमेश्वर जो भी जेकर तुसीं ऑपरेशन भी कहने हो ना, परमेश्वर ने इब्राहिम ਨੂੰ ਕਿਹਾ ਸੀ ਕਿ ਆਪਣੇ ਇਸਹਾਕ ਨੂੰ ਮੇਰੇ ਲਈ ਕੀ ਕਰ ਦੇ, ਬਲੀਦਾਨ ਚੜਾ ਦੇ, ਹਨਾ। ਤੇ ਉਹਨੇ ਉਹਦਾ ਕਹਿਣਾ ਮੰਨਿਆ ਪਰਮੇਸ਼ਰ ਦਾ। ਮੈਂ ਕਿਹਾ ਪਰਮੇਸ਼ਰ ਮੈਂ ਕਿਚਨ ਦੇ ਵਿੱਚ ਖੜੀ ਸੀ, ਅਗਰ ਤੁਸੀਂ ਕਹੋ ਕਿ ਆਪਰੇਸ਼ਨ ਕਰਵਾ ਦੇ ਮੈਨੂੰ, ਸਭ ਨੂੰ ਮੇਰੇ ਨਾਲ ਦਰਸ਼ਨ ਚ ਗੱਲ ਕਰੋ, ਮੇਰੇ ਨਾਲ ਜਿਵੇਂ ਮਰਜ਼ੀ ਆ। ਮੈਂ ਫਾਸਟਿੰਗ ਦੇ ਵਿੱਚ, ਹੁਣ ਮੈਂ ਫਾਸਟਿੰਗ ਦੇ ਵਿੱਚ ਚੱਲ ਰਹੀ ਹਾਂ। ਪਰਮੇਸ਼ਰ ਮੈਨੂੰ ਤੁਹਾਡੀ ਇੱਛਾ ਚਾਹੀਦੀ ਹੈ ਕਿ ਕੀ ਆ। ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਦੇ ਹੋ, ਤਾਕਤ ਰੱਖਦੇ ਹੋ, ਪਰ ਤੁਸੀਂ ਬੜੇ ਦਿਆਲੂ ਤੇ ਕਿਰਪਾਲੂ ਹੋ। ਤੁਸੀਂ ਚਾਹੋ ਤਾਂ ਇਹ ਸਟੋਨ ਧੂਆਂ ਬਣ ਕੇ ਟੁੱਟ ਸਕਦਾ। ਅਗਰ ਤੁਹਾਡੀ ਇਹ ਬਿਮਾਰੀ ਮਹਿਮਾ ਦੇ ਲਈ ਆਈ ਆ, ਹਨਾ, ਫਿਰ ਮੈਨੂੰ ਤਾਂ ਵੀ ਕੋਈ ਟੈਨਸ਼ਨ ਨਹੀਂ। ਤੁਸੀਂ ਤੁਹਾਡੀ ਇੱਛਾ ਚਾਹੀਦੀ ਹੈ ਮੈਨੂੰ ਕਿ ਕੀ ਆ। परमेश्वर बाइबल के वचन में एक तरफ तो ये भी लिखा कि तुम्हारे बीच में से हर एक प्रकार का मैं रोग दूर करूंगा। व्यवस्था में 7 और 15 के परमेश्वर जो ਤੁਹਾਡੀ ਇੱਛਾ ਉਹ ਪੂਰੀ ਹੋਵੇ। परमेश्वर ਦੇ ਹੱਥਾਂ ਦੇ ਵਿੱਚ ਮੈਂ ਸਟੋਨ ਦਿੱਤਾ ਹੋਇਆ। ਬਸ ਮੈਂ ਸਾਰਿਆਂ ਨੂੰ ਇਹ ਕਹੂੰ ਕਿ ਤੁਸੀਂ ਪ੍ਰੇਅਰ ਕਰਿਓ, ਸਿਰਫ ਪਰਮੇਸ਼ਰ ਦੀ ਇੱਛਾ ਨਹੀਂ ਮੰਗਿਓ ਕਿ ਪਰਮੇਸ਼ਰ ਤੁਹਾਡੀ ਇੱਛਾ ਪ੍ਰਗਟ ਹੋਵੇ, ਤੁਹਾਡਾ ਰਾਜ ਆਵੇ। ਤਾਂ ਇਹ ਥੋੜੀ ਕਿ ਮੇਰੇ ਤੇ ਦੁੱਖ ਆ ਗਿਆ, ਹਾਂ ਯਾਰ ਮੇਰੇ ਤੇ ਦੁੱਖ ਆ ਗਿਆ ਮੈਂ ਪਰਮੇਸ਼ਰ ਨੂੰ ਛੱਡਣਾ। ਬੜੇ ਲੋਕ ਐਂ ਕਰਦੇ ਹੁੰਦੇ ਨੇ, ਅਸੀਂ ਛੱਡਦੇ। ਪਰਮੇਸ਼ਰ ਨੂੰ ਕਦੇ ਨਹੀਂ ਛੱਡਣਾ। ਪਰਮੇਸ਼ਰ ਨੇ ਪੂਰੀ ਸ੍ਰਿਸ਼ਟੀ ਬਣਾਈ, ਪਰਮੇਸ਼ਰ ਨੇ ਪੂਰੀ ਸ੍ਰਿਸ਼ਟੀ ਬਣਾਈ। ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਨੇ ਕੀ ਕਿਹਾ, ਉਹ ਮਨੁੱਖ, ਉਹ ਕਾ, ਉਹ ਹਰਿਆਲੀ, ਉਹਨੂੰ ਕੋਈ ਦੁੱਖ ਨਹੀਂ ਪਹੁੰਚਾਉਣਾ ਜਿਹਦੇ ਮੱਥੇ ਤੇ ਮੇਰੀ ਮੋਹਰ ਨਹੀਂ ਹੈਗੀ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਆਪਾਂ ਬੱਚੇ ਹਾਂ, ਆਪਾਂ ਨੂੰ ਹਰੇਕ ਨੂੰ ਦੱਸਣਾ ਚਾਹੀਦਾ ਕਿ ਪ੍ਰਭੂ ਯਿਸੂ ਹੀ ਜਿੰਦਾ ਤੇ ਜੀਵਤ ਪਰਮੇਸ਼ਵਰ ਆ। ਬਸ ਮੇਰੀ ਇਹੀ ਗਵਾਹੀ ਸੀ ਕਿ ਕਦੀ ਘਬਰਾਉਣਾ ਨਹੀਂ ਦੁੱਖਾਂ ਤੋਂ, ਭਾਵੇਂ ਦੁੱਖ ਆਵੇ, ਕੁਛ ਵੀ ਹੋਵੇ, ਪਰ ਪ੍ਰਾਰਥਨਾ ਕਰਦੇ ਰਹੋ ਪਲੀਜ਼। ਪ੍ਰਾਰਥਨਾ ਕਦੀ ਨਹੀਂ ਛੱਡਣੀ, ਭਾਵੇਂ ਤੁਸੀਂ ਕਿਤੇ ਵੀ ਬਿਜ਼ੀ ਹੋ, ਪਰ ਪ੍ਰਾਰਥਨਾ ਦੇ ਵਚਨ ਤੁਸੀਂ ਜ਼ਰੂਰ ਪੜ੍ਹਦੇ ਰਹਿਣਾ। ਇੱਕ ਗੱਲ ਤੁਸੀਂ ਜ਼ਰੂਰ ਕਹਿਣੀ ਕਿ ਪਰਮੇਸ਼ਰ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰੋ, ਠੀਕ ਹੈ। ਤੁਸੀਂ ਜਿੰਦਾ ਜੀਵਤ ਪਰਮੇਸ਼ਰ ਹੋ, ਤੁਸੀਂ ਮੁਰਦਿਆਂ ਦੇ ਪਰਮੇਸ਼ਰ ਦੀ ਬਾਈਬਲ ਹੀ ਪਿਤਾ ਪਰਮੇਸ਼ਰ, ਮੈਂ ਪੂਰੀ ਬਾਈਬਲ ਨੂੰ ਰਿਸੀਵ ਕਰ ਰਹੀ ਹਾਂ, ਮੈਂ ਪੂਰੀ ਬਾਈਬਲ ਦੇ ਵਚਨਾਂ ਨੂੰ ਰਿਸੀਵ ਕਰ ਰਹੀ ਹਾਂ। ਪਿਤਾ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਅੰਨ੍ਹਿਆਂ ਨੂੰ ਦੇਖਣ, ਲੰਗੜੇ ਚੱਲੇ, ਗੂੰਗੇ ਬੋਲੇ, ਕੋੜੀ ਪਾਕ ਸਾਫ ਹੋ ਗਏ ਯਿਸੂ ਨਾਸਰੀ ਦੇ ਨਾਮ ਵਿੱਚ, ਮੁਰਦੇ ਜਿੰਦਾ ਹੋ ਗਏ, ਲਾਜ਼ਰ ਜਿੰਦਾ ਹੋਇਆ। ਪਿਤਾ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਮੈਂ ਤੇਰਾ ਧੰਨਵਾਦ ਕਰਦੀ ਹਾਂ। ਹੇ ਪਿਤਾ ਪਰਮੇਸ਼ਰ ਤੂੰ 12 ਸਾਲ ਦੀ ਲੋਗਣ ਨੂੰ ਚੰਗੀ ਕੀਤਾ, ਲੋਕ ਦਾ ਰੋਗ ਬਹਿ ਰਿਹਾ ਸੀ, ਉਹਨੂੰ ਤੇਰਾ ਪਹਿਲਾਂ ਸੋਇਆ ਤੇ ਚੰਗੀ ਹੋ ਗਈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਹੇ ਪਿਤਾ ਪਰਮੇਸ਼ਰ ਤੁਸੀਂ 5000 ਲੋਕਾਂ ਨੂੰ ਰਜ਼ਾਇਆ, 2 ਮੱਛੀਆਂ 5 ਰੋਟੀਆਂ, ਤੇ ਫਿਰ ਵੀ ਉਹਦੇ ਵਿੱਚੋਂ 12 ਟੋਕਰੀਆਂ ਟੁਕੜਿਆਂ ਦੀਆਂ ਭਰੀਆਂ ਮੱਛੀਆਂ। ਮੈਂ ਤੁਹਾਡਾ 5000 ਲੋਕ 2 ਮੱਛੀਆਂ 5 ਰੋਟੀਆਂ ਖਾ ਕੇ ਰੱਜ ਚੁੱਕੇ, 12 ਟੋਕਰੀਆਂ ਟੁਕੜਿਆਂ ਦੀਆਂ ਭਰੀਆਂ ਮੱਛੀਆਂ। ਮੈਂ ਤੁਹਾਡਾ ਲੱਖਾਂ ਕਰੋੜਾਂ ਰੁਪਏ ਧੰਨਵਾਦ ਕਰਦੀ ਹਾਂ। ਹੇ ਪਿਤਾ ਪਰਮੇਸ਼ਰ ਫਿਰ ਤੁਸੀਂ 4000 ਲੋਕਾਂ ਨੂੰ ਰਜ਼ਾਇਆ, 7 ਰੋਟੀਆਂ ਤੇ 7 ਉਹਦੇ ਵਿੱਚ 4000 ਲੋਕ ਖਾ ਕੇ 7 ਰੋਟੀਆਂ ਨਾਲ ਰੱਜ ਚੁੱਕੇ ਸੀ, ਫਿਰ ਵੀ 7 ਟੋਕਰੀਆਂ ਟੁਕੜਿਆਂ ਦੀਆਂ ਭਰੀਆਂ ਮੱਛੀਆਂ। ਪਰਮੇਸ਼ਰ ਮੈਂ ਤੁਹਾਡਾ ਲੱਖਾਂ ਕਰੋੜਾਂ ਰੁਪਏ ਧੰਨਵਾਦ ਕਰਦੀ ਹਾਂ ਹਰ ਇੱਕ ਚੀਜ਼ ਦੇ ਲਈ। ਪਰਮੇਸ਼ਰ ਤੁਸੀਂ ਜਿਹੇਜ਼ਕੀਆਂ ਨੂੰ ਦਰਸ਼ਨ ਦਿੱਤਾ, ਖਿਲਰੀਆਂ ਹੱਡੀਆਂ ਪਈਆਂ ਸੀ, ਕਿਤੇ ਬਾਂਹ ਪਈ ਸੀ, ਕਿਤੇ ਕੁਛ ਪਿਆ ਸੀ, ਕਿਤੇ ਕੁਛ ਪਿਆ ਸੀ, ਹਨਾ, ਜਿਵੇਂ ਕੁਛ ਨਹੀਂ, ਮਤਲਬ ਕਿ ਕਿਸੇ ਹੱਥ ਪਿਆ ਸੀ, ਕੋਈ ਲੱਤ, ਕਿਤੇ ਕੁਛ। ਪਰਮੇਸ਼ਰ ਤੁਸੀਂ ਜਿਹੇਜ਼ਕੀਆਂ ਨੂੰ ਦਰਸ਼ਨ ਦਿੱਤਾ, ਜੋ ਖਿਲਰੀਆਂ ਹੱਡੀਆਂ ਇਕੱਠੀਆਂ ਹੋਈਆਂ ਤੇ ਉਹਦੇ ਤੁਸੀਂ ਮਾਰ ਚੜਾਇਆ ਸੀ, ਚੜਾਈ ਇੱਕ ਫੌਜ ਤਿਆਰ ਕੀਤੀ ਇਜ਼ਰਾਈਲ ਕੌਮ। ਮੈਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਪਿਤਾ ਪਰਮੇਸ਼ਰ ਸਾਡੀਆਂ ਖਿਲਰੀਆਂ ਹੱਡੀਆਂ ਵਿੱਚ ਵੀ ਇਸ ਗਵਾਹੀ ਦੇ ਪ੍ਰਤੀ ਮੈਂ ਵਿਸ਼ਵਾਸ ਕਰਦੀ ਹਾਂ ਕਿ ਸਾਡੇ ਸਾਰਿਆਂ ਦੀਆਂ ਹੱਡੀਆਂ ਵਿੱਚ ਜਾਨ ਆ ਚੁੱਕੀ ਹੈ। ਇਹ ਪਿਤਾ ਪਰਮੇਸ਼ਰ ਸਾਨੂੰ ਐਕਟਿਵ ਕਰ, ਇਹ ਪਿਤਾ ਪਰਮੇਸ਼ਰ ਤੁਹਾਡਾ ਰਾਜ ਆਵੇ, ਠੀਕ ਆ। ਮੈਨੂੰ ਨਹੀਂ ਪਤਾ ਕਿ ਕਿੱਦਾਂ ਹੋਣਾ ਕਿੱਦਾਂ ਨਹੀਂ, ਪਰ ਮੈਂ ਤੁਹਾਡੀ ਇੱਛਾ ਨੂੰ ਮੰਗਦੀ ਪਈ ਹਾਂ, ਸਾਡੇ ਜੀਵਨਾਂ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦੇ ਰਹੀ ਹਾਂ। ਇਹ ਪਿਤਾ ਪਰਮੇਸ਼ਰ ਮੈਂ ਹਰੇਕ ਚੀਜ਼ ਲਈ ਤੁਹਾਡਾ ਲੱਖਾਂ ਕਰੋੜਾਂ ਇਸ ਗਵਾਹੀ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਜੋ ਤੁਸੀਂ ਮੈਨੂੰ ਦਰਸ਼ਨ ਦਿੱਤਾ 27 ਤਰੀਕ ਦੀ ਮੇਰੀ ਮੈਰਿਜ ਹੋਈ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਅਸੀਂ ਪੇਕੇ ਜਾ ਰਹੇ ਹਾਂ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਹੇ ਪਿਤਾ ਪਰਮੇਸ਼ਰ ਮੈਂ ਇੱਥੇ ਆਈ ਗਵਾਹੀ ਦਿੱਤੀ, ਮੈਂ ਤੁਹਾਡਾ ਹਰੇਕ ਚੀਜ਼ ਲਈ ਧੰਨਵਾਦ ਕਰਦੀ ਹਾਂ। ਪ੍ਰਭੂ ਯਿਸੂ ਹੀ ਜਿੰਦਾ ਤੇ ਜੀਵਤ ਪਰਮੇਸ਼ਰ ਆ। ਚੱਲਦੇ ਜਾਓ, ਕੌਣ ਤੁਹਾਡੇ ਬਾਰੇ ਕੀ ਕਹਿ ਰਿਹਾ, ਕੌਣ ਕੀ ਨਹੀਂ ਕਹਿ ਰਿਹਾ, ਬਸ ਚੱਲਦੇ ਜਾਓ ਯਿਸੂ ਦੇ ਨਾਮ 'ਚ। ਠੀਕ ਹੈ, ਸਾਰਿਆਂ ਨੂੰ